ਚਾਹੇ ਅਸੀਂ ਕੁਛ ਵੀ ਦਾਅਵੇ ਕਰੀ ਜਾਈਏ ਵੀ ਇਹ ਸਾਡੀ ਧਰਮ ਦੀ ਭਾਸ਼ਾ ਹੈ, ਸਾਡੀ ਕਲਚਰ ਦੀ ਭਾਸ਼ਾ ਹੈ। ਕੈਨੇਡਾ 'ਚ ਅਮਰੀਕਾ 'ਚ ਬੋਲੀ ਜਾਂਦੀ ਹੈ, 10% ਲੋਕ ਪੰਜਾਬੀ ਬੋਲਦੇ ਆ। ਬਹੁਤ ਸਾਰੇ ਦਾਅਵੇ ਹੈ ਜਿਹੜੇ ਖੋਖਲੇ ਤੌਰ ਤੇ ਪੰਜਾਬੀ ਦੇ ਪੱਖ ਵਿੱਚ ਕੀਤੇ ਜਾਂਦੇ ਆ। ਇਸ ਮਾਤ ਭਾਸ਼ਾ ਨੂੰ ਅਸੀਂ ਗੰਭੀਰਤਾ ਨਾਲ ਨਾ ਸੰਭਾਲਿਆ ਤਾਂ ਇਹ 10, 20, 30 ਸਾਲਾਂ 'ਚ ਇਹਦੀ ਹੋਂਦ ਆ ਜਿਹੜੀ ਉਹ ਪੂਰੀ ਤਰ੍ਹਾਂ ਮਿਟ ਚੁੱਕੀ ਹੋਵੇਗੀ। ਇਹਦੀ ਰੱਖਿਆ ਲਈ ਸਾਨੂੰ ਸੰਘਰਸ਼ੀਲ ਹੋਣਾ ਪੈਣਾ, ਨਾ ਕਿ ਨਾਅਰੇਬਾਜ਼ੀ ਨਾਲ ਜਾਂ ਹੋਕੀਆਂ ਗੱਲਾਂ ਨਾਲ ਅਸੀਂ ਮਾਂ ਬੋਲੀ ਨੂੰ ਨਹੀਂ ਬਚਾ ਸਕਦੇ। ਇਹ ਲੋਕ ਕਹਿੰਦੇ ਨੇ ਜੀ ਇਹਦਾ CBSE ਦੇ ਸਕੂਲ ਨੇ, ਪੰਜਾਬ ਸਰਕਾਰ ਦਾ ਇਹਦੇ ਨਾਲ ਕੋਈ ਮਤਲਬ ਨਹੀਂ ਹੈ। ਸਕੂਲ ਵੀ ਕਹਿੰਦੇ ਆ ਕਈ ਵਾਰੀ, ਪਰ ਮਾਨਤਾ ਪੰਜਾਬ ਸਰਕਾਰ ਨੇ ਵੀ ਦਿੱਤੀ ਹੁੰਦੀ ਹੈ। 1967 ਤੋਂ 60 ਤੋਂ ਕਈ ਸੂਬਿਆਂ ਨੇ ਉਦੋਂ ਵੀ ਪਹਿਲਾਂ ਤੋਂ ਆਪਣੇ ਪ੍ਰਾਂਤਾਂ ਦੇ ਵਿੱਚ ਰਾਜ ਭਾਸ਼ਾ ਕਾਨੂੰਨ ਬਣਾ ਕੇ ਉਹ ਆਪਣੀ ਭਾਸ਼ਾ ਨੂੰ ਮਾਨਤਾ ਦਿੱਤੀ ਹੋਈ ਹੈ। ਪਰ ਪੰਜਾਬੀ ਦੀ ਜਿਹੜੀ ਸਥਿਤੀ ਹੈ ਉਹ ਬਹੁਤ ਹੀ ਚਿੰਤਾਜਨਕ ਹੈ। ਦੋਸਤੋ, ਜਦੋਂ ਅਸੀਂ ਸਮਾਜ ਦੀ ਗੱਲ ਕਰਦੇ ਹਾਂ ਤਾਂ ਸਮਾਜ ਦੇ ਵਿੱਚ ਮਾਂ ਅਤੇ ਮਾਂ ਬੋਲੀ ਦੀ ਜਿਹੜੀ ਭੂਮਿਕਾ ਹੈ ਉਸ ਤੋਂ ਅਸੀਂ ਇਨਕਾਰੀ ਨਹੀਂ ਹੋ ਸਕਦੇ, ਕਿਉਂਕਿ ਸਮਾਜ ਦੇ ਵਿੱਚ ਕਿਸੇ ਵੀ ਜੀਵ ਜੰਤੂ ਦੇ ਪੱਖ ਤੋਂ ਦੇਖੀਏ ਜਾਂ ਕਿਸੇ ਇਨਸਾਨ ਦੇ ਪੱਖ ਤੋਂ ਦੇਖੀਏ ਤਾਂ ਉਹਦੀ ਹੋਂਦ ਦੇ ਲਈ ਮਾਂ ਦਾ ਹੋਣਾ ਬਹੁਤ ਜ਼ਰੂਰੀ ਹੁੰਦਾ ਹੈ। ਅਤੇ ਜਦੋਂ ਅਸੀਂ ਉਸ ਮਨੁੱਖ ਦੇ ਪੱਖ ਤੋਂ ਦੇਖੀਏ ਜਾਂ ਉਸ ਜੀਵ ਜੰਤੂ ਦੇ ਪੱਖ ਤੋਂ ਦੇਖੀਏ ਤਾਂ ਭਾਸ਼ਾ ਦਾ ਹੋਣਾ ਬਹੁਤ ਜ਼ਰੂਰੀ ਹੁੰਦਾ ਵੈ। ਜਿਹੜੀ ਮਾਂ ਬੋਲੀ ਹੈ ਉਹਦੇ ਤੋਂ ਬਿਨਾਂ ਕਿਸੇ ਦਾ ਵੀ ਜਿਹੜਾ ਵਿਕਾਸ ਹੈ ਉਹ ਸੰਭਵ ਨਹੀਂ ਹੈ। ਪਰ ਅਸੀਂ ਜਦੋਂ ਸਮਾਜਿਕ ਵਰਤਾਰੇ ਦੇ ਵਿੱਚ ਦੇਖਦੇ ਹਾਂ ਤਾਂ ਇਨਸਾਨਾਂ ਤੇ ਜਾਨਵਰਾਂ ਦੇ ਵਿੱਚ ਥੋੜ੍ਹਾ ਜਿਹਾ ਫਰਕ ਆ ਜਾਂਦਾ ਹੈ, ਜੀਵ ਜੰਤੂਆਂ ਦੇ ਵਿੱਚ ਥੋੜ੍ਹਾ ਫਰਕ ਆ ਜਾਂਦਾ ਵੈ। ਜੀਵ ਜੰਤੂ ਹੋਣ ਜਾਂ ਜਾਨਵਰ ਹੋਣ, ਉਹ ਕਦੀ ਵੀ ਆਪਣੀ ਭਾਸ਼ਾ ਨਹੀਂ ਛੱਡਦੇ, ਆਪਣੀ ਭਾਸ਼ਾ ਤੋਂ ਮੁਨਕਰ ਨਹੀਂ ਹੁੰਦੇ। ਪਰ ਮਨੁੱਖਾਂ ਦੇ ਵਿੱਚ, ਇਨਸਾਨਾਂ ਦੇ ਵਿੱਚ ਇਹ ਜਿਹੜੀ ਆਪਾਂ ਗੱਲ ਕਰੀਏ ਕਿ ਇਸ ਪੱਖ ਤੋਂ ਇੱਕ ਦੋਸ਼ ਸਾਹਮਣੇ ਆਉਂਦਾ ਹੈ, ਕਿਉਂਕਿ ਬਹੁਤ ਸਾਰੇ ਮਨੁੱਖ ਨੇ, ਇਨਸਾਨ ਨੇ ਜਿਹੜੇ ਆਪਣੀ ਮਾਂ ਬੋਲੀ ਨੂੰ ਛੱਡ ਕੇ ਦੂਜੀਆਂ ਭਾਸ਼ਾਵਾਂ ਦੇ ਵਿੱਚ ਗੱਲਬਾਤ ਕਰਨੀ ਜਾਂ ਆਪਣਾ ਕੰਮਕਾਜ ਕਰਨਾ ਪਸੰਦ ਕਰਦੇ ਹਨ। ਤਾਂ ਹਾਲਾਤ ਕਿਸੇ ਵੇਲੇ ਐਵੇਂ ਦੇ ਵੀ ਸਾਹਮਣੇ ਸਾਨੂੰ ਦੇਖਣ ਨੂੰ ਮਿਲਦੇ ਨੇ ਕਿ ਜਦੋਂ ਕੋਈ ਮਨੁੱਖ ਆਪਣੀ ਮਾਂ ਬੋਲੀ ਨੂੰ ਬੋਲਣਾ ਜਿਹੜਾ ਵਾ ਸ਼ਰਮ ਮਹਿਸੂਸ ਕਰਦਾ ਵੈ, ਅਤੇ ਜਦੋਂ ਅਸੀਂ ਇਸ ਵਾਕ ਨੂੰ ਪੰਜਾਬੀ ਭਾਸ਼ਾ ਦੇ ਸੰਦਰਭ ਦੇ ਵਿੱਚ ਦੇਖਦੇ ਹਾਂ ਤਾਂ ਸਭ ਤੋਂ ਨਿਰਾਸ਼ਾਜਨਕ ਸਥਿਤੀ ਹੈ ਜਾਂ ਤਸਵੀਰ ਹੈ ਸਾਡੇ ਸਾਹਮਣੇ ਪੇਸ਼ ਹੁੰਦੀ ਹੈ। ਤਾਂ ਮਾਂ ਬੋਲੀ ਦੀ ਸਾਡੇ ਜੀਵਨ ਵਿੱਚ ਕੀ ਮਹੱਤਤਾ ਹੈ ਅਤੇ ਮਾਂ ਬੋਲੀ ਦੀ ਜਿਹੜੀ ਸੁਰੱਖਿਆ ਦੇ ਲਈ ਦੇਖੀਏ ਜਾਂ ਵਿਕਾਸ ਦੇ ਵਿੱਚ ਸਾਡੇ ਕਾਨੂੰਨ ਦੀ ਕੀ ਭੂਮਿਕਾ ਹੈ, ਕਿਉਂਕਿ ਸਮਾਜ ਜਿਹੜਾ ਵਾ ਕਾਨੂੰਨ ਤੋਂ ਬਿਨਾਂ ਨਹੀਂ ਚੱਲਦਾ। ਤਾਂ ਕਾਨੂੰਨ ਦੇ ਇੱਥੇ ਕੀ ਮਹੱਤਤਾ ਹੈ, ਕਾਨੂੰਨੀ ਪੱਖ ਕੀ ਹੈ, ਇਸ ਸਾਰੇ ਦੇ ਨਾਲ ਸਾਡੇ ਨਾਲ ਗੱਲਬਾਤ ਕਰਨ ਦੇ ਲਈ ਨੇ ਸ਼੍ਰੀ ਮਿੱਤਰ ਸੈਨ ਮੀਤ ਜੀ। ਮਿੱਤਰ ਸੈਨ ਮੀਤ ਜੀ ਜਿਹੜੇ ਨੇ ਪੇਸ਼ੇ ਵਜੋਂ ਇੱਕ ਵਕੀਲ ਨੇ ਅਤੇ ਉਹਨਾਂ ਨੇ ਜਿਹੜੀ ਆਪਣਾ ਕਾਫੀ ਲੰਮੀ ਲੜਾਈ ਉਹ ਲੜਦੇ ਪਏ ਨੇ ਕਾਫੀ ਲੰਮੇ ਸਮੇਂ ਤੋਂ ਸਰਕਾਰਾਂ ਦੇ ਨਾਲ ਆਪਣੀ ਮਾਤ ਭਾਸ਼ਾ ਦੇ ਲਈ। ਕਾਫੀ ਸਮਾਂ ਉਹਨਾਂ ਨੇ ਜਿਹੜਾ ਵਾ ਕਾਨੂੰਨੀ ਪੱਖ ਤੋਂ ਅਸੀਂ ਜਦੋਂ ਦੇਖਦੇ ਹਾਂ ਆਪਣਾ ਲਗਾ ਦਿੱਤਾ ਵਾ ਮਾਤ ਭਾਸ਼ਾ ਨੂੰ ਜਿਹੜਾ ਉਹਦਾ ਬਣਦਾ ਮਾਣ ਸਤਿਕਾਰ ਦਿਵਾਉਣ ਦੇ ਲਈ। ਦੇਸ਼ਾਂ ਵਿਦੇਸ਼ਾਂ ਦੇ ਵਿੱਚ ਉਹਨਾਂ ਦਾ ਜਿਹੜੀ ਆਵਾਜ਼ ਉਹਨਾਂ ਨੇ ਆਪਣੀ ਬੁਲੰਦ ਕੀਤੀ ਹੈ ਮਾਤ ਭਾਸ਼ਾ ਦੇ ਪੱਖ ਤੋਂ, ਅਤੇ ਦੇਸ਼ਾਂ ਵਿਦੇਸ਼ਾਂ ਤੋਂ ਉਹਨਾਂ ਨੂੰ ਜਿਹੜਾ ਸਹਿਯੋਗ ਮਿਲਦਾ ਪਿਆ ਵੈ। ਪਰ ਇੱਕ ਜਿਹੜਾ ਪੱਖ ਅਸੀਂ ਅੱਜ ਦੇਖਦੇ ਹਾਂ ਕਿ ਇੱਥੋਂ ਉਹਨਾਂ ਨੂੰ ਕਿੰਨਾ ਕੁ ਸਹਿਯੋਗ ਮਿਲਦਾ ਪਿਆ ਵੈ, ਜੋ ਮਾਤ ਭਾਸ਼ਾ ਦੇ ਬਾਰੇ ਕਿੰਨੇ ਕੁ ਮਤਲਬ ਆਪਾਂ ਦੇਖਦੇ ਹਾਂ ਕਿ ਲੋਕਾਂ ਦੀ ਸੁਹਿਰਦ ਨੇ, ਇਸ ਬਾਰੇ ਸਾਡੇ ਨਾਲ ਉਹ ਜਿਹੜੀ ਹੈ ਚਾਨਣਾ ਪਾਉਣਗੇ, ਜਾਣਕਾਰੀ ਦੇਣਗੇ। ਜਨਾਬ ਜੀ, ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡਾ ਸਾਡੇ ਪ੍ਰੋਗਰਾਮ ਦੇ ਵਿੱਚ। ਮਿਹਰਬਾਨੀ ਜੀ, ਧੰਨਵਾਦ। ਤੁਸੀਂ ਮਾਂ ਬੋਲੀ ਲਈ ਗੱਲਬਾਤ ਕਰਨ ਦਾ ਮੌਕਾ ਦੇ ਰਹੇ ਹੋ, ਧੰਨਵਾਦ ਜੀ। ਹਾਂਜੀ ਜਨਾਬ ਜੀ, ਮੈਂ ਪੁੱਛਣਾ ਚਾਹਾਂਗਾ ਕਿ ਪੰਜਾਬੀ ਭਾਸ਼ਾ ਦੀ ਜਿਹੜੀ ਸਮਾਜ ਦੇ ਵਿੱਚ ਸਥਿਤੀ ਹੈ ਉਸ ਨੂੰ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ? ਦੇਖੋ, ਪੰਜਾਬ ਦੇ ਵਿੱਚ ਪੰਜਾਬੀ ਬੋਲੀ ਹੈ ਜਿਹੜੀ, ਚਾਹੇ ਅਸੀਂ ਕੁਛ ਵੀ ਦਾਅਵੇ ਕਰੀ ਜਾਈਏ ਵੀ ਇਹ ਸਾਡੀ ਧਰਮ ਦੀ ਭਾਸ਼ਾ ਹੈ, ਸਾਡੀ ਕਲਚਰ ਦੀ ਭਾਸ਼ਾ ਹੈ, ਸਾਡੇ ਵਿਦੇਸ਼ੀਆਂ ਦੀ ਭਾਸ਼ਾ ਹੈ, ਕੈਨੇਡਾ 'ਚ ਅਮਰੀਕਾ 'ਚ ਬੋਲੀ ਜਾਂਦੀ ਹੈ, 10% ਲੋਕ ਪੰਜਾਬੀ ਬੋਲਦੇ ਆ। ਬਹੁਤ ਸਾਰੇ ਦਾਅਵੇ ਹੈ ਜਿਹੜੇ ਖੋਖਲੇ ਤੌਰ ਤੇ ਪੰਜਾਬੀ ਦੇ ਪੱਖ ਵਿੱਚ ਕੀਤੇ ਜਾਂਦੇ ਆ।
ਪਰ ਜੇ ਅਸੀਂ ਜ਼ਮੀਨੀ ਪੱਧਰ ਤੇ ਦੇਖੀਏ ਤਾਂ ਪੰਜਾਬੀ ਦੀ ਸਥਿਤੀ ਹੈ ਜਿਹੜੀ ਉਹ ਬਹੁਤ ਗੰਭੀਰ ਹੈ। ਔਰ ਜੇ ਇਸ ਮਾਤ ਭਾਸ਼ਾ ਨੂੰ ਅਸੀਂ ਗੰਭੀਰਤਾ ਨਾਲ ਨਾ ਸੰਭਾਲਿਆ ਤਾਂ ਇਹ 10 20 30 ਸਾਲਾਂ 'ਚ ਇਹਦੀ ਹੋਂਦ ਹੈ ਜਿਹੜੀ ਉਹ ਪੂਰੀ ਤਰ੍ਹਾਂ ਮਿਟ ਚੁੱਕੀ ਹੋਵੇਗੀ। ਜੇ ਮਿਟੀ ਨਹੀਂ ਹੋਵੇਗੀ ਤਾਂ ਇਹ ਇਸ ਤਰ੍ਹਾਂ ਦੀ ਬਣ ਜੂ ਵੀ ਸਾਨੂੰ ਸਮਝ ਆਉਣੋਂ ਹਟ ਜੂ। ਇਹਦੇ ਵਿੱਚ ਹੋਰ ਜਿਹੜੇ ਸੂਬਿਆਂ ਦੇ ਇੱਥੇ ਪ੍ਰਵਾਸੀ ਨੇ ਉਹ ਆ ਕੇ ਇਸ ਭਾਸ਼ਾ ਦਾ ਸਰੂਪ ਹੈ ਜਿਹੜਾ ਉਹ ਪੂਰੀ ਤਰ੍ਹਾਂ ਵਿਗਾੜ ਦੇਣਗੇ। ਪੰਜਾਬੀ ਪੰਜਾਬੀ ਨਹੀਂ ਰਹੂਗੀ। ਇਸ ਲਈ ਮੈਂ ਸਮਝਦਾ ਵੀ ਪੰਜਾਬੀ ਭਾਸ਼ਾ ਦੇ ਭਵਿੱਖ ਨੂੰ, ਜੋ ਅੱਜ ਦੀ ਪੰਜਾਬੀ ਹੈ ਜੋ ਬਹੁਤ ਅਮੀਰ ਹੈ, ਉਹਨੂੰ ਖਤਰਾ ਹੈ। ਔਰ ਇਹ ਪ੍ਰੈਕਟੀਕਲੀ ਖਤਰਾ ਹੈ, ਜ਼ਮੀਨੀ ਪੱਧਰ ਤੇ ਖਤਰਾ ਹੈ। ਇਸ ਨੂੰ ਜ਼ਮੀਨੀ ਪੱਧਰ ਤੇ ਕੰਮ ਕਰਕੇ ਇਹਦੀ ਰੱਖਿਆ ਲਈ ਸਾਨੂੰ ਸੰਘਰਸ਼ੀਲ ਹੋਣਾ ਪੈਣਾ ਹੈ, ਨਾ ਕਿ ਨਾਅਰੇਬਾਜ਼ੀ ਨਾਲ ਜਾਂ ਫੋਕੀਆਂ ਗੱਲਾਂ ਨਾਲ ਅਸੀਂ ਮਾਂ ਬੋਲੀ ਨੂੰ ਨਹੀਂ ਬਚਾ ਸਕਦੇ। ਇਹ ਸਥਿਤੀ ਮੈਨੂੰ ਨਜ਼ਰ ਆਉਂਦੀ ਹੈ ਪੰਜਾਬੀ ਦੀ। ਜੀ। ਤੇ ਪੰਜਾਬੀ ਭਾਸ਼ਾ ਦੇ ਪੱਖ ਤੋਂ ਅਸੀਂ ਦੇਖੀਏ ਤਾਂ ਭਾਰਤ ਦੇ ਵਿੱਚ ਸੰਵਿਧਾਨਿਕ ਸਥਿਤੀ ਕੀ ਹੈ, ਜਾਂ ਆਪਾਂ ਕਹਿ ਲਈਏ ਕਿ ਭਾਰਤੀ ਸੰਵਿਧਾਨ ਭਾਸ਼ਾ ਦੇ ਪੱਖ ਤੋਂ ਕਿਸ ਤਰ੍ਹਾਂ ਦਾ ਜਿਹੜਾ ਨਜ਼ਰੀਆ ਪੇਸ਼ ਕਰਦਾ ਵਾ ਆਪਣਾ? ਭਾਰਤੀ ਸੰਵਿਧਾਨ ਦੀ ਜਿਹੜੀਆਂ ਵਿਵਸਥਾਵਾਂ ਨੇ ਤੇ ਫਿਰ ਕੇਂਦਰ ਸਰਕਾਰ ਨੇ ਜਿਹੜੇ ਰਾਜ ਭਾਸ਼ਾ ਕਾਨੂੰਨ ਬਣਾਏ ਨੇ ਤੇ ਨਾਲ ਜਿਹੜੀ ਸਿੱਖਿਆ ਨੀਤੀ ਬਣਾਈ ਹੈ, ਉਹਦੇ ਅਨੁਸਾਰ ਜਿਹੜੀ ਰਾਜ ਸਰਕਾਰ ਨੇ ਉਹਨਾਂ ਨੂੰ ਆਪਣੇ ਰਾਜ ਦੀ ਰਾਜ ਭਾਸ਼ਾ ਜਿਹੜੀ ਉਹਨਾਂ ਨੇ ਮਾਨਤਾ ਦਿੱਤੀ ਹੋਈ ਹੈ, ਉਹਨਾਂ ਨੂੰ ਪ੍ਰਫੁੱਲਤ ਕਰਨ ਲਈ ਪੂਰੇ ਅਧਿਕਾਰ ਪ੍ਰਾਪਤ ਨੇ। ਉਹ ਕਿਸੇ ਵੀ ਆਪਣੇ ਵਿੰਗ ਦੇ ਵਿੱਚ, ਕਿਉਂਕਿ ਆਪਾਂ ਦੇਖਦੇ ਹਾਂ ਵੀ ਸਰਕਾਰ ਹੈ ਜਿਹੜੀ, ਇਹਦੇ 3 ਹਿੱਸੇ ਹੁੰਦੇ ਨੇ। ਇੱਕ ਪ੍ਰਸ਼ਾਸਨਿਕ ਕਾਰਜ ਕਰਦੀ ਹੈ ਜਿਹਦੇ 'ਚ ਡੀਸੀਆਂ ਦੇ ਦਫ਼ਤਰ, ਐਸਐਸਪੀ, ਕਾਲਜ, ਯੂਨੀਵਰਸਿਟੀਆਂ ਇਹ ਸਾਰੀਆਂ ਆਉਂਦੀਆਂ ਨੇ। ਦੂਜੀ ਨਿਆਂਪਾਲਿਕਾ ਹੁੰਦੀ ਹੈ ਜਿਹਦੇ 'ਚ ਅਦਾਲਤੀ ਕੰਮ ਕਾਜ ਆ, ਜਿਹੜਾ ਫੈਸਲੇ ਆ, ਪ੍ਰਕਿਰਿਆਵਾਂ ਨੇ ਉਹ ਹੁੰਦੀਆਂ ਨੇ। ਤੇ ਤੀਜਾ ਵਿਧਾਨ ਸਭਾ ਹੈ, ਵਿਧਾਨਿਕ ਕਾਰਜ ਨੇ ਜਿਹੜੇ, ਜਿਹਦੇ ਵਿੱਚ ਵਿਧਾਨ ਸਭਾ 'ਚ ਹੁੰਦੀ ਕਾਰਵਾਈ ਤੇ ਉਹਦੇ ਵਿੱਚ ਬਣਦੇ ਕਾਨੂੰਨ ਇਹ ਸ਼ਾਮਲ ਹੁੰਦੇ ਨੇ। ਇਹ 3 ਤਰ੍ਹਾਂ ਨਾਲ ਜਿਹੜੇ ਸਰਕਾਰ ਦੇ ਅੰਗ ਨੇ ਉਹ ਕੰਮ ਕਰਦੇ ਹੈ। ਤੇ ਕਾਨੂੰਨ ਕੇਂਦਰ ਸਰਕਾਰ ਦਾ, ਸੰਵਿਧਾਨ ਦਾ ਵੀ ਇਹ ਸਾਨੂੰ ਪੂਰਾ ਅਧਿਕਾਰ ਦਿੰਦੇ ਆ ਕਿ ਸਰਕਾਰਾਂ ਨੂੰ ਵੀ ਉਹ ਆਪਣੀ ਰਾਜ ਦੀ ਭਾਸ਼ਾ ਨੂੰ ਆਪਣੇ ਹਰ ਕਾਰਜ ਵਿੱਚ ਥਾਂ ਦੇ ਸਕਦੇ ਹੈ, ਲਾਗੂ ਕਰ ਸਕਦੇ ਹੈ। ਤਾਂ ਉਹਦੇ ਲਈ ਜਿਹੜੀਆਂ ਰਾਜ ਭਾਸ਼ਾਵਾਂ ਨੂੰ ਮਾਨਤਾ ਦੇਣ ਲਈ 1967 ਤੋਂ 60 ਤੋਂ ਕਈ ਸੂਬਿਆਂ ਨੇ ਉਦੋਂ ਵੀ ਪਹਿਲਾਂ ਤੋਂ ਆਪਣੇ ਆਪਣੇ ਪ੍ਰਾਂਤਾਂ ਦੇ ਵਿੱਚ ਰਾਜ ਭਾਸ਼ਾ ਕਾਨੂੰਨ ਬਣਾ ਕੇ ਆਪਣੀ ਆਪਣੀ ਭਾਸ਼ਾ ਨੂੰ ਮਾਨਤਾ ਦਿੱਤੀ ਹੋਈ ਹੈ। ਔਰ ਉਹਨਾਂ ਨੂੰ ਅਦਾਲਤਾਂ 'ਚ ਵੀ, ਪ੍ਰਸ਼ਾਸਨਿਕ ਦਫ਼ਤਰਾਂ 'ਚ ਵੀ, ਕਾਨੂੰਨਾਂ ਨੂੰ ਬਣਾਉਣ ਵਿੱਚ ਵੀ ਪੂਰੀ ਤਰ੍ਹਾਂ ਨਾਲ ਲਾਗੂ ਕੀਤਾ ਹੋਇਆ ਹੈ। ਪਰ ਪੰਜਾਬੀ ਦੀ ਜਿਹੜੀ ਸਥਿਤੀ ਹੈ ਉਹ ਬਹੁਤ ਹੀ ਚਿੰਤਾਜਨਕ ਹੈ, ਕਿਉਂਕਿ ਇੱਥੇ ਜ਼ਿਲ੍ਹਾ ਅਦਾਲਤਾਂ 'ਚ ਵੀ ਜਿਹੜੀ ਪੰਜਾਬੀ ਲਾਗੂ ਨਹੀਂ ਹੋਈ। 2008 'ਚ ਸੋਭਤ ਹੋਈ ਸੀ ਰਾਜ ਭਾਸ਼ਾ ਐਕਟ 1967 ਦਾ, ਜਿਹੜੀ ਪੰਜਾਬ ਦੇ ਵਿੱਚ ਰਾਜ ਭਾਸ਼ਾ ਬਣਾਉਂਦਾ ਹੈ, ਉਹਦੇ ਵਿੱਚ ਇਹ ਵਿਵਸਥਾ ਕੀਤੀ ਹੋਈ ਹੈ, ਲਾਗੂ ਹੈ 5 ਨਵੰਬਰ 2008 ਤੋਂ ਵੀ ਜ਼ਿਲ੍ਹਾ ਮੈਂ ਜੀ ਅਦਾਲਤਾਂ। ਇੱਥੇ ਜਾਣਨਾ ਚਾਹਾਂਗਾ, ਤੁਸੀਂ 2008 ਦੇ ਐਕਟ ਦੀ ਗੱਲ ਕਰਦੇ ਪਏ ਹੋ, ਇਹ ਜਿਹੜਾ ਪੰਜਾਬ ਰਾਜ ਭਾਸ਼ਾ ਐਕਟ ਹੈ 1967 ਦੇ ਵਿੱਚ ਬਣਿਆ ਸੀ, ਉਸ ਵੇਲੇ ਕੀ ਪੋਜੀਸ਼ਨ ਸੀ? ਜੇ ਆਪਾਂ ਉੱਥੋਂ ਜੇ ਗੱਲ ਸ਼ੁਰੂ ਕਰੀਏ ਤਾਂ ਮੈਨੂੰ ਲੱਗਦਾ ਹੈ ਕਿ ਸਾਡੇ ਦਰਸ਼ਕ ਵਧੀਆ ਤਰੀਕੇ ਨਾਲ ਸਮਝ ਸਕਣਗੇ। ਜੀ ਉੱਥੋਂ ਕਰ ਲੈਂਦੇ ਆ। ਉਹਦੇ 'ਚ ਇਹ ਹੈ ਵੀ ਜਦੋਂ ਪੰਜਾਬ, ਆਪਾਂ ਨੂੰ ਪਤਾ, ਪੰਜਾਬ ਬਾਈਫਰਕੇਟ ਹੋ ਕੇ ਇਹਦੇ ਹਿੱਸੇ ਬਣ ਕੇ 1/11/1966 ਨੂੰ ਜੀ ਪੰਜਾਬ ਦੀ ਮਾੜੀ ਕਿਸਮਤ ਨਾਲ ਪੰਜਾਬੀ ਸੂਬਾ, ਜਿਹਨੂੰ ਕਹਿੰਦੇ ਆ ਪੰਜਾਬੀ ਸੂਬੜੀ ਬਣੀ। ਇਹਦੇ 2 ਵੱਡੀਆਂ ਬਾਹਾਂ ਹਰਿਆਣਾ ਤੇ ਹਿਮਾਚਲ ਪ੍ਰਦੇਸ਼ ਕੱਟੀਆਂ ਗਈਆਂ ਇਹਦੇ ਨਾਲੋਂ। ਤਾਂ ਮੈਂ ਤਾਂ ਨਹੀਂ ਕਹਿੰਦਾ ਵੀ ਇਹ ਪੰਜਾਬੀ ਸੂਬਾ ਬਣਿਆ, ਮੈਂ ਕਹਿੰਦਾ ਪੰਜਾਬੀ ਸੂਬਾ ਵਿਗੜਿਆ। ਇਹਨੂੰ ਲੰਗੜਾ ਲੂਲਾ ਕੀਤਾ ਗਿਆ 1 ਨਵੰਬਰ 1966 ਨੂੰ। ਤਾਂ ਉਦੋਂ ਪਹਿਲਾਂ ਜਿਹੜਾ ਹਰਿਆਣਾ ਹਿੱਸਾ ਬਣਿਆ ਉਹਦੇ ਵਿੱਚ ਹਿੰਦੀ ਦੀ ਵਿਵਸਥਾ ਸੀ, ਕੰਮ ਕਾਜ ਦੀ 2 ਫਾਰਮੂਲੇ ਚੱਲਦੇ ਸੀ ਭਾਸ਼ਾਵਾਂ ਦੇ। ਤੇ ਪੰਜਾਬ ਦਾ ਜਿਹੜਾ ਪੰਜਾਬੀ ਸਪੀਕਿੰਗ ਏਰੀਆ ਉਹ ਕਾਨੂੰਨ 'ਚ ਲਿਖਿਆ ਹੋਇਆ, ਉਹਦੇ 'ਚ ਪੰਜਾਬੀ ਲਾਗੂ ਸੀ ਥੋੜ੍ਹੀ ਥੋੜ੍ਹੀ। ਜਦੋਂ ਪੰਜਾਬ ਅੱਡ ਬਣ ਗਿਆ ਤਾਂ ਲਛਮਣ ਸਿੰਘ ਦੀ ਸਰਕਾਰ ਜਿਹੜੀ ਕੁਝ ਮਹੀਨਿਆਂ ਲਈ ਆਈ, ਉਹਨਾਂ ਨੇ 1967 ਦਸੰਬਰ ਦੇ ਵਿੱਚ ਰਾਜ ਭਾਸ਼ਾ ਐਕਟ ਬਣਾਇਆ ਔਰ ਉਹਨੂੰ ਲਾਗੂ ਕੀਤਾ। ਉਸ ਕਾਨੂੰਨ ਮੁਤਾਬਕ 1967 ਮੁਤਾਬਕ ਸਿਰਫ ਜਿਹੜੇ ਪ੍ਰਸ਼ਾਸਨਿਕ ਦਫ਼ਤਰ ਸੀ
ਪੰਜਾਬ ਸਰਕਾਰ ਦੇ, ਚਾਹੇ ਉਹ ਜ਼ਿਲ੍ਹਾ ਪੱਧਰ ਦੇ ਸੀ, ਚਾਹੇ ਉਹ ਸਟੇਟ ਪੱਧਰ ਦੇ ਸੀ, ਉਹਨਾਂ ਵਿੱਚ ਪੰਜਾਬੀ ਲਾਗੂ ਹੋਈ। ਇਹ ਕੰਮਕਾਰ ਸਾਰਾ ਪੰਜਾਬੀ 'ਚ ਹੋਊਗਾ। ਜਿਹੜੇ ਦੂਜੇ ਆਪਾਂ ਗੱਲ ਕਰੀਏ, ਜਿਹੜੇ ਵਿੰਗ ਹੈ ਸਰਕਾਰ ਦੇ, ਵਿਧਾਨ ਸਭਾ ਔਰ ਅਦਾਲਤਾਂ, ਉਹਦੇ ਬਾਰੇ ਇਹਦੇ ਵਿੱਚ ਇੰਨੀ ਕੁ ਗੱਲ ਹੋਈ ਵੀ ਵਿਧਾਨ ਸਭਾ 'ਚ ਜਿਹੜੇ ਕਾਨੂੰਨ ਹੈ ਉਹ ਪੰਜਾਬੀ 'ਚ ਬਣਨ ਲੱਗਣਗੇ, ਜੀ ਪਰ ਕਦੋਂ, ਉਹਦੇ ਲਈ ਇੱਕ ਨੋਟੀਫਿਕੇਸ਼ਨ ਦੀ ਸੂਚਨਾ ਜਾਰੀ ਕਰਕੇ ਜਿਹੜੀ ਤਰੀਕ ਹੈ ਉਹ ਨਿਸ਼ਚਿਤ ਕਰਾਂਗੇ। ਜੀ ਇਹ ਵਿਧਾਨ ਸਭਾ ਬਾਰੇ ਹੋਈ। ਔਰ ਅਦਾਲਤਾਂ ਬਾਰੇ ਇਸ ਕਾਨੂੰਨ 'ਚ ਕੋਈ ਗੱਲ ਨਹੀਂ ਹੋਈ, ਕਿਉਂਕਿ ਇਹ ਸਹੀ ਗੱਲ ਸੀ, ਸੋਚੀ ਸਮਝੀ ਗੱਲ ਸੀ, ਕੋਈ ਗਲਤੀ ਨਹੀਂ ਸੀ ਹੋਈ ਉਸ ਟਾਈਮ, ਕਿਉਂਕਿ ਨਵਾਂ ਨਵਾਂ ਪੰਜਾਬ ਬਣਿਆ ਸੀ, ਪੰਜਾਬੀ ਦਾ ਹਲੇ ਵਿਕਾਸ ਨਹੀਂ ਸੀ ਹੋਇਆ। ਅਦਾਲਤਾਂ ਦੇ ਵਿੱਚ ਆਪਾਂ ਜਾਣਦੇ ਹਾਂ ਵੀ ਬਹੁਤ ਹੀ ਕਰੈਕਟ, ਸ਼ੁੱਧ ਪੰਜਾਬੀ ਭਾਸ਼ਾ ਦੀ ਲੋੜ ਪੈਂਦੀ ਹੈ ਜੇ ਅਸੀਂ ਪੰਜਾਬੀ ਦੇ ਲਾਗੂ ਕਰਨਾ ਅਦਾਲਤਾਂ ਦੇ ਵਿੱਚ। ਜਿਹਨੂੰ ਆਪਾਂ ਕਹਿੰਦੇ ਹਾਂ ਇੰਫਰਾਸਟਰਕਚਰ, ਉਸ ਟਾਈਮ ਪੰਜਾਬੀ ਦਾ ਨਹੀਂ ਸੀ। ਇਸ ਲਈ ਇਸ ਗੱਲ ਦੀ ਇਸ ਐਕਟ ਦੇ ਵਿੱਚ ਕੋਈ ਗੱਲ ਨਹੀਂ ਕੀਤੀ ਗਈ। ਉਹਦੇ ਵਿੱਚ ਲਛਮਣ ਸਿੰਘ ਹੋਰਾਂ ਨੇ ਪੰਜਾਬੀ ਲਾਗੂ ਕੀਤੀ, ਸਟਰੋਂਗਲੀ ਲਾਗੂ ਕੀਤੀ। ਇੱਕ ਵੀ ਮਿਸਲ ਉਹਨਾਂ ਨੇ ਆਪਣੀ ਜਿਹੜੀ ਦਸਤਖਤਾਂ ਦੀ ਲੋੜ ਸੀ ਉਹ ਨਹੀਂ ਕਰੀ ਜਿਹਦੇ ਵਿੱਚ ਅੰਗਰੇਜ਼ੀ ਜਾਂ ਕੋਈ ਹੋਰ ਭਾਸ਼ਾ ਦੀ ਵਰਤੋਂ ਹੋਈ ਹੋਵੇ। ਉਦੋਂ ਫਿਕਰ ਪੈ ਗਿਆ ਸੀ ਅਫਸਰਾਂ ਨੂੰ ਵੀ ਸਾਨੂੰ ਕੰਮ ਹੈ ਜਿਹੜਾ ਹੁਣ ਪੰਜਾਬੀ 'ਚ ਕਰਨਾ ਪੈਣਾ ਔਰ ਪੰਜਾਬੀ ਸਿੱਖਣੀ ਪੈਣੀ ਹੈ। ਇੱਕ ਗੱਲ ਤਾਂ ਇਹ ਹੈ, ਦੂਜੀ ਗੱਲ ਆਪਾਂ ਕਰ ਲਈਏ ਫਿਰ ਅੱਗੇ ਚੱਲਦੇ ਹਾਂ ਵੀ ਉਹ ਜਿਹੜੀ ਕਾਨੂੰਨ ਪੰਜਾਬੀ ਵਿੱਚ ਬਣਨ ਵਾਲੀ ਗੱਲ ਸੀ, ਉਹ ਨੋਟੀਫਿਕੇਸ਼ਨ ਹੁਣ 54 ਸਾਲ ਹੋ ਗਏ ਇਸ ਕਾਨੂੰਨ ਬਣੇ ਨੂੰ, ਨਾ ਕਦੇ ਕਿਸੇ ਨੇ ਪੰਜਾਬ ਸਰਕਾਰ ਨੂੰ ਯਾਦ ਕਰਾਇਆ, ਨਾ ਕਿਸੇ MLA ਨੂੰ ਕਦੇ ਯਾਦ ਆਇਆ। ਉਹ ਜਿਹੜੀ ਨੋਟੀਫਿਕੇਸ਼ਨ ਹੈ ਹਾਲੇ ਤੱਕ ਜਾਰੀ ਨਹੀਂ ਹੋਈ। ਉਹਦਾ ਸਿੱਟਾ ਇਹ ਨਿਕਲਿਆ ਵੀ ਆ ਹੁਣੀ ਜਿਹੜਾ 15 ਦਿਨ ਪਹਿਲਾਂ ਪੰਜਾਬ ਸਰਕਾਰ ਨੇ 2 ਸੋਧਾਂ ਪਾਸ ਵੀ ਕਰਤੀਆਂ ਵਿਧਾਨ ਸਭਾ 'ਚ, ਰਾਜ ਭਾਸ਼ਾ ਐਕਟ 'ਚ, ਇੱਕ ਦੂਜਾ ਦੀ ਲਰਨਿੰਗ ਆਫ ਪੰਜਾਬੀ ਐਂਡ ਅਦਰ ਲੈਂਗੁਏਜ ਐਕਟ। ਉਹਦਾ ਜਿਹੜਾ ਡਰਾਫਟ ਹੈ, ਕਾਨੂੰਨ ਹੈ, ਸੋਧ ਬਿੱਲ ਹੈ, ਉਹ ਕੱਲੀ ਅੰਗਰੇਜ਼ੀ 'ਚ ਹੈ, ਉਹ ਪੰਜਾਬੀ 'ਚ ਨਹੀਂ ਇਹਨਾਂ ਨੇ ਬਣਾਇਆ। ਇਹ ਦੁਖਾਂਤ ਹਲੇ ਚਾਲੂ ਹੈ। ਇੱਥੋਂ ਤੱਕ ਪੰਜਾਬੀ ਹੈ ਜਿਹੜੀ ਅਣਦੇਖੀ ਕੀਤੀ ਜਾ ਰਹੀ ਹੈ ਵੀ ਪੰਜਾਬੀ ਨੂੰ ਲਾਗੂ ਕਰਨ ਵਾਲੇ ਕਾਨੂੰਨ ਅੰਗਰੇਜ਼ੀ ਭਾਸ਼ਾ 'ਚ ਬਣ ਰਹੇ ਨੇ। ਇਹ ਨਹੀਂ ਹੋਈ। ਸਾਡੀ ਮੰਗ ਰਹੀ ਹੈ ਇਹ ਵੀ ਇਹ ਨੋਟੀਫਿਕੇਸ਼ਨ ਦਾ 4 ਲੈਣਾ ਦੀ ਹੈ, ਇਹ ਜਾਰੀ ਕੀਤੀ ਜਾਵੇ ਤਾਂ ਜੋ ਜਿਹੜੇ ਕਾਨੂੰਨ ਨੇ ਉਹ ਪੰਜਾਬੀ 'ਚ ਬਣਨ ਲੱਗਣ। ਇਹ ਹੈ 1967 ਤੱਕ ਦੀ ਵਿਵਸਥਾ। ਠੀਕ ਹੈ। 1967 ਦੇ ਵਿੱਚ ਆਪਾਂ ਦੇਖਦੇ ਹਾਂ ਕਿ ਲਛਮਣ ਸਿੰਘ ਸਰਕਾਰ ਥੋੜਾ ਸਮਾਂ ਰਹਿੰਦੀ ਹੈ, ਕੁਝ ਕਾਰਨਾਂ ਕਰਕੇ ਸਰਕਾਰ ਟੁੱਟ ਜਾਂਦੀ ਹੈ, ਮੁੜ ਕੇ ਪ੍ਰਕਾਸ਼ ਸਿੰਘ ਬਾਦਲ ਹੋਰੀ ਨੇ ਜਿਹੜੇ ਉਹ ਮੁੱਖ ਮੰਤਰੀ ਬਣਦੇ ਨੇ। ਉਸ ਤੋਂ ਬਾਅਦ ਆਪਾਂ ਦੇਖੀਏ ਕਿ ਕਾਂਗਰਸ ਦੀ ਸਰਕਾਰ ਆਉਂਦੀ ਹੈ, ਚਾਹੇ ਦਰਬਾਰਾ ਸਿੰਘ ਦੀ ਹੈ, ਚਾਹੇ ਸੁਰਜੀਤ ਸਿੰਘ ਬਰਨਾਲਾ ਦੀ ਹੈ। ਉਸ ਤੋਂ ਬਾਅਦ ਗਵਰਨਰੀ ਰਾਜ ਵੀ ਰਹਿੰਦਾ ਹੈ। ਮੁੜ ਕੇ ਮੁੱਖ ਮੰਤਰੀ ਬੇਅੰਤ ਸਿੰਘ ਜਿਹੜੇ ਨੇ ਉਹ ਆ ਜਾਂਦੇ ਨੇ, ਸੱਤਾ ਦੇ ਵਿੱਚ ਆਉਂਦੇ ਨੇ। ਜਾਂ ਪ੍ਰਕਾਸ਼ ਸਿੰਘ ਬਾਦਲ 1997 ਦੇ ਵਿੱਚ ਜਦੋਂ ਆਉਂਦੇ ਨੇ, ਕੀ ਇਹਨਾਂ ਨੇ ਉਸ ਸਮੇਂ ਦੌਰਾਨ ਕੋਈ ਕਦਮ ਚੱਕਿਆ? ਕਿਸੇ ਵੀ ਸਰਕਾਰ ਨੇ ਪੰਜਾਬੀ ਭਾਸ਼ਾ ਦੇ ਵਿਕਾਸ ਲਈ ਕੋਈ ਕਦਮ ਨਹੀਂ ਚੁੱਕਿਆ। ਜੀ ਉਹਦਾ ਇੱਕ ਕਾਰਨ ਹੈ। ਉਹ ਕਾਰਨ ਇਹ ਹੈ ਵੀ ਜਦੋਂ ਪੰਜਾਬੀ ਸੂਬਾ ਬਣਿਆ ਤਾਂ ਉਦੋਂ ਪਹਿਲਾਂ ਜਿਹੜੀ 6-7 ਸਾਲ 8 ਸਾਲ ਇਹਦੀ ਸਥਾਪਨਾ ਲਈ ਸੰਘਰਸ਼ ਹੋਇਆ, ਉਹਦੀ ਜਿਹੜੀ ਵਾਗਡੋਰ ਸੀ ਉਹ ਅਕਾਲੀ ਦਲ, ਸ਼੍ਰੋਮਣੀ ਅਕਾਲੀ ਦਲ ਉਸ ਸਮੇਂ ਦੇ ਜਿਹੜੇ ਉਹਦੇ ਨੇਤਾ, ਉਹਨਾਂ ਦੇ ਜੋ ਕਾਰਕੁਨ ਸੀ, ਉਹਨਾਂ ਦੇ ਹੱਥ 'ਚ ਸੀ। ਤੇ ਜਿਹੜਾ ਉਸ ਟਾਈਮ ਨਵੀਂ ਤਕਸੀਮ ਹੋ ਕੇ ਹਟੀ ਸੀ, ਤਾਂ ਕੇਂਦਰ ਸਰਕਾਰ ਜਾਂ ਹੋਰ ਜਿਹੜੇ ਪੰਜਾਬ ਦੇ ਨਾਲ ਮੋਹ ਰੱਖਦੇ ਸੀ, ਉਹ ਇਹ ਨਹੀਂ ਸੀ ਚਾਹੁੰਦੇ ਵੀ ਇਹ ਇਕੱਲੇ ਸਿੱਖਾਂ ਦੀ, ਮੈਂ ਸ਼ਬਦਾਂ 'ਚ ਕਹਿਣਾ, ਇਹ ਕਿਉਂਕਿ ਸਿੱਖ ਜਿਹੜੀ ਕੌਮ ਹੈ, ਸਿੱਖ ਜਿਹੜਾ ਭਾਈਚਾਰਾ ਹੈ, ਉਹ ਇਸ ਮੂਵਮੈਂਟ ਨੂੰ ਲੀਡ ਕਰ ਰਿਹਾ ਸੀ ਵੀ ਕਿਤੇ ਇਹ ਨਾ ਹੋਵੇ ਵੀ ਮੁੜ ਕੇ ਜਿਹੜੇ ਹਿੰਦੂ ਨੇ ਉਹਨਾਂ ਨੂੰ ਪਲਾਨ ਕਰਨਾ ਪੈ ਜੇ ਉੱਥੋਂ, ਕਿਉਂਕਿ ਸਭ ਤੋਂ ਵੱਡੀ ਮਾਰ ਪੰਜਾਬੀ ਹਿੰਦੂ ਸਿੱਖਾਂ ਤੇ ਪੈ ਚੁੱਕੀ ਸੀ। ਜਿਹੜੇ ਉਸ ਟਾਈਮ 1966 ਤੋਂ ਪਹਿਲਾਂ 60 'ਚ ਜਿਹੜੇ ਲੋਕ ਉੱਧਰੋਂ ਉੱਜੜ ਕੇ ਆਏ ਸੀ ਪਾਕਿਸਤਾਨ 'ਚੋਂ, ਉਹ ਹਲੇ ਕੈਂਪਾਂ 'ਚ ਬੈਠੇ ਸੀ। ਉਹਨਾਂ ਨੂੰ ਸੈਟਿੰਗ ਨਹੀਂ ਸੀ ਹੋਈ, ਨਾ ਭਾਵਨਾਤਮਿਕ ਤੌਰ ਤੇ, ਨਾ ਆਰਥਿਕ ਤੌਰ ਤੇ, ਨਾ ਵਸੇਬੇ ਮਿਲੇ ਸੀ। ਇਸ ਲਈ ਉਹ ਚਾਹੁੰਦੇ ਸੀ ਵੀ ਹਲੇ ਇਹ ਮਸਲਾ ਨਾ ਪੰਜਾਬ ਦੇ ਵਿੱਚ ਬਣੇ, ਇਹ ਮੰਗ ਪੂਰੀ ਨਾ ਹੋਵੇ। ਇਹ ਮੰਗ ਨੂੰ ਠੱਲ ਪਾਉਣ ਲਈ ਜਿਹੜਾ ਹਿੰਦੂ ਤਬਕਿਆਂ ਨੂੰ ਇੱਕ ਗਰੁੱਪ ਸੀ, ਜਿਹੜਾ ਆਪਾਂ ਜਾਣਦੇ ਹਾਂ ਸਾਰੇ,
ਜੀ ਉਹ ਜੀ ਇਹਦਾ ਫਾਇਦਾ ਠਾ ਰਿਹਾ ਸੀ। ਜੀ ਉਹ ਇਹ ਕਹਿ ਰਿਹਾ ਸੀ ਹਿੰਦੂਆਂ ਦੇ ਵਿੱਚ ਵੀ ਦੁਬਾਰਾ ਉਜਾੜਾ ਹੋਊਗਾ, ਜੀ ਤੁਸੀਂ ਇਹਦਾ ਠੱਲ ਜੇ ਪਾਉਣੀ ਹੈ ਇਸ ਲਹਿਰ ਨੂੰ ਤਾਂ ਹਿੰਦੀ ਨੂੰ ਕਰੋ, ਤਾਂ ਜੋ ਹਿੰਦੀ ਵਾਲਿਆਂ ਦੀ ਜਿਹੜੀ ਜਨਸੰਖਿਆ ਹੈ ਉਹ ਵੱਧ ਆਵੇ ਤੇ ਪੰਜਾਬੀ ਵਾਲਿਆਂ ਦੀ ਘੱਟ ਆਵੇ, ਜਾਂ ਹਿੰਦੂਆਂ ਦੇ ਬਰਾਬਰ ਜੇ ਆ ਜੇ ਤਾਂ ਇਹ ਸਥਾਪਨਾ ਪੰਜਾਬੀ ਸੂਬੇ ਦੀ ਨਾ ਹੋਵੇ। ਜੀ ਇਹ ਜਿਹੜੀ ਉਦੋਂ ਗੱਲ ਚੱਲੀ ਸੀ, ਉਹ ਗੱਲ ਅੱਜ ਤੱਕ 5-7 ਸਾਲ ਪਹਿਲਾਂ ਤੱਕ ਜੀ ਇਹ ਜਿਹੜੀਆਂ ਸਿਆਸੀ ਪਾਰਟੀਆਂ ਸਾਡੀਆਂ ਦੋਨੋਂ ਤਿੰਨੋਂ, ਜੀ ਬੀਜੇਪੀ, ਅਕਾਲੀ ਦਲ, ਕਾਂਗਰਸ, ਜੀ ਇਹਨਾਂ ਦੇ ਜਿਹੜੇ ਨੇਤਾ ਸੀ ਉਹਨਾਂ ਦੇ ਵਿੱਚ ਇਹ ਬਸੀ ਹੋਈ ਸੀ ਵੀ ਜੇ ਪੰਜਾਬੀ ਲਾਗੂ ਕਰਦੇ ਆ ਤਾਂ ਇੱਥੋਂ ਦਾ ਜਿਹੜਾ ਹਿੰਦੂ ਵੋਟ ਬੈਂਕ ਹੈ ਜੀ ਇਹ ਸਾਡੇ ਖਿਲਾਫ ਹੋ ਜਾਊਗਾ। ਇਸ ਲਈ ਉਹਨਾਂ ਨੇ ਮੁੱਦਾ ਨਾ ਚੱਕਿਆ ਕਦੇ, ਨਾ ਕਿਸੇ ਵਿਰੋਧੀ ਧਿਰ 'ਚ ਰਹਿ ਕੇ ਚੱਕਿਆ, ਜੀ ਨਾ ਸੱਤਾ 'ਚ ਆ ਕੇ ਚੱਕਿਆ। ਪਰ ਜਿਹੜੀ ਵੱਡੀ ਗੱਲ ਆਪਾਂ ਇਸ ਮਾਧਿਅਮ ਰਾਹੀਂ ਕਰਨਾ ਚਾਹਾਂਗੇ, ਇਹ ਸ਼ੱਕ ਦੂਰ ਕਰਨਾ ਚਾਹੀਦਾ ਸਾਨੂੰ। ਇਹ ਉਸ ਟਾਈਮ 1966 ਤੋਂ ਪਹਿਲਾਂ ਜਾਂ ਉਦੋਂ 5-4 ਸਾਲ 10 ਸਾਲ ਬਾਅਦ ਤੱਕ ਜੀ ਕੋਈ ਸਥਿਤੀ ਬਣੀ ਰਹੀ ਵੀ ਕਈ ਲੋਕਾਂ ਨੇ ਝੂਠ ਬੋਲ ਕੇ, ਹਿੰਦੂ ਤਬਕੇ ਨੇ ਖਾਸ ਕਰ, ਜੀ ਮਾਂ ਬੋਲੀ ਪੰਜਾਬੀ ਹੁੰਦੇ ਹੋਏ ਹਿੰਦੀ ਨੂੰ ਮਾਂ ਬੋਲੀ ਲਿਖਾਇਆ ਜਗ੍ਹਾ ਜਗ੍ਹਾ ਤੇ। ਪਰ ਘੱਟੋ ਘੱਟ 1991 ਦੇ ਮੈਂ ਅੰਕੜੇ ਦੇਖਿਆ ਮਰਦਮਸ਼ੁਮਾਰੀ ਦੇ, ਜੀ ਉਸ ਟਾਈਮ 1991 ਚ 91 ਤੋਂ 92% ਦੇ ਲਗਭਗ ਪੰਜਾਬੀ ਚ ਬਸੋਂ ਨੇ ਆਪਣੀ ਮਾਤ ਭਾਸ਼ਾ ਪੰਜਾਬੀ ਲਿਖਾਈ। ਫਿਰ ਮਤਲਬ 2001 ਦੇ, ਇੱਕ ਮਿੰਟ ਮੈਂ ਪੂਰੀ ਕਰਾਂਗਾ, ਗੱਲ ਬਹੁਤ ਮਹੱਤਵਪੂਰਨ ਹੈ। ਜੀ ਇਹੀ ਪੰਜਾਬੀ ਦੇ ਵਿਕਾਸ 'ਚ ਵੱਡਾ ਰੋੜਾ ਹੈ ਜਿਹਨੂੰ ਆਪਾਂ ਦੂਰ ਕਰਨਾ ਚਾਹੀਦਾ ਹੈ, ਜੀ ਖਾਸ ਕਰ ਪੜ੍ਹੇ ਲਿਖੇ ਜੇ ਆਪਾਂ ਮਾੜੇ ਮੋਟੇ ਜਾਣਦੇ ਆ ਉਹਨਾਂ ਲਈ। ਦੂਜੀ ਗੱਲ, ਜਿਹੜਾ 2001 ਦਾ ਅੰਕੜੇ ਹੈ ਉਹਦੇ ਵਿੱਚ ਵੀ ਇਹੀ ਰੇਸ਼ੋ ਬਣਦੀ ਹੈ। 2011 ਦੇ ਵੀ ਆ ਪਿੱਛੇ ਜਿਹੇ ਹੀ ਛਪੇ ਆ, ਉਹਦੇ ਵਿੱਚ ਵੀ 1% ਘੱਟ ਹੀ ਹੈ ਜਿਹੜੀ 90-91 ਦੇ ਵਿੱਚ ਰੇਸ਼ੋ ਆਉਂਦੀ ਹੈ। ਹੁਣ ਇਹ 'ਚ ਵੱਡਾ ਸਵਾਲ ਇਹ ਪੈਦਾ ਹੁੰਦਾ ਹੈ ਵੀ ਜਿਹੜੇ 8% ਆਪਣੇ ਆਪ ਨੂੰ ਨੌਨ ਪੰਜਾਬੀ ਕਹਿੰਦੇ ਨੇ, ਉਹ ਸਾਨੂੰ ਪਤਾ ਹੈ, ਉੱਤੇ ਕੋਈ ਸ਼ੱਕ ਨਹੀਂ। ਕਿੰਨੀ ਆਬਾਦੀ ਇੱਥੇ ਆ ਗਈ ਹੈ ਬਿਹਾਰ ਵਾਲਿਆਂ ਦੀ, ਯੂਪੀ ਵਾਲਿਆਂ ਦੀ, ਉੜੀਸਾ ਵਾਲਿਆਂ ਦੀ, ਹੋਰ ਸੂਬਿਆਂ ਦੀ। ਉਹ ਲੇਬਰ ਵੀ ਹੈ, ਉਹ ਦੂਜੀਆਂ ਚੰਗੀਆਂ ਪੋਸਟਾਂ ਤੇ ਵੀ ਆ ਰਹੇ ਨੇ, ਰੇਲਵੇ 'ਚ ਨੇ, ਇਨਕਮ ਟੈਕਸ ਨੇ। ਉਹਨਾਂ ਨੇ ਆਪਣੀ ਮਾਤ ਭਾਸ਼ਾ ਪੰਜਾਬੀ ਨਹੀਂ ਲਿਖਾਈ। ਮੈਂ ਤਾਂ ਕੱਲੋ ਕੱਲ ਉਹਨਾਂ ਦਾ ਸਤਿਕਾਰ ਕਰਦਾ ਵੀ ਹੋਰ ਭਾਸ਼ਾ, ਹੋਰ ਸੂਬੇ 'ਚ ਆ ਕੇ ਵੀ ਉਹਨਾਂ ਨੇ ਮਾਂ ਬੋਲੀ ਛੱਡੀ ਨਹੀਂ। ਜੀ ਹੁਣ ਰਹਿ ਗਏ 92%। ਜੀ ਇਹਦੀ ਥੋੜੀ ਜਿਹੀ ਆਪਾਂ ਜੇ ਘੋਖ ਕਰੀਏ ਜੀ ਤਾਂ ਰਫ ਜਿਹਾ ਡਾਟਾ ਇਹ ਹੈ ਵੀ ਸਿੱਖ ਪਾਸੋਂ ਪੰਜਾਬ ਦੇ ਵਿੱਚ 60% ਦੇ ਲਗਭਗ ਹੈ, ਜੀ ਔਰ ਹਿੰਦੂ ਪਾਸੋਂ 30 ਦੇ ਲਗਭਗ ਹੈ, ਜੀ ਘਾਟਾ ਵਾਧਾ ਹੋ ਮਾੜਾ ਮੋਟਾ। ਹਾਂਜੀ ਔਰ ਕ੍ਰਿਸਚੀਅਨ ਔਰ ਜੋ ਮੁਸਲਿਮ ਜਿਹੜੀ ਆਬਾਦੀ ਹੈ ਉਹ ਤਾਂ ਬਹੁਤ ਹੀ ਥੋੜੀ, ਅੱਧਾ ਤੋਂ ਲੈ ਕੇ 1% ਤੱਕ ਹੈ। ਜੀ ਤਾਂ ਹੁਣ ਸਿੱਧਾ ਜਿਹਾ ਇਹਦਾ ਜਵਾਬ ਬਣਦਾ ਹੈ ਵੀ ਮਿੱਤਰੋ, ਜੇ 92% ਲੋਕ ਆਪਣੀ ਮਾਤ ਭਾਸ਼ਾ ਨੂੰ ਪੰਜਾਬੀ ਲਿਖਾਉਂਦੇ ਨੇ ਤਾਂ ਫਿਰ ਉਹ ਹਿੰਦੂ ਹੈ ਕਿ ਨਹੀਂ? ਉਹਦੇ ਵਿੱਚ ਹਿੰਦੂ ਕਿੱਧਰ ਗਿਆ? ਜੇ ਹਿੰਦੂ ਹੀ ਲਿਖਾਉਂਦੇ ਹੋਣ ਤਾਂ ਇਹ 90-92% ਅੰਕੜਾ ਨਹੀਂ ਆਉਂਦਾ। ਮਤਲਬ ਇਹ ਵੀ ਪੰਜਾਬ ਦਾ ਜਿਹੜਾ ਹਿੰਦੂ ਹੈ ਉਸ ਨੇ, ਜਿਹੜਾ ਬਜ਼ੁਰਗਾਂ ਨੂੰ ਕਿਸੇ ਕਾਰਨ ਧੱਬਾ ਲੱਗਿਆ ਸੀ ਵੀ ਉਹ ਹਿੰਦੀ ਨੂੰ ਮਾਤ ਭਾਸ਼ਾ ਲਿਖਾਉਂਦੇ ਨੇ, ਉਹ ਨਾਲ 40 ਸਾਲ ਤੋਂ ਧੋਤਾ ਹੈ। ਹੁਣ ਸਾਰਾ ਹਿੰਦੂ ਹੈ ਜਿਹੜਾ, ਉਹ ਵੀ ਮਾਂ ਬੋਲੀ ਪੰਜਾਬੀ ਹੀ ਮੰਨਦਾ ਹੈ। ਇਸ ਕਰਕੇ ਹੁਣ ਜਿਹੜੀਆਂ ਸਿਆਸੀ ਧਿਰਾਂ ਨੇ ਉਹਨਾਂ ਨੂੰ ਇਸ ਭੂਤ ਤੋਂ ਖਹਿੜਾ ਛਡਾਉਣਾ ਚਾਹੀਦਾ ਹੈ। ਜੀ ਔਰ ਸਾਡੀ ਜਿਹੜੀ ਸੰਸਥਾ ਭਾਸ਼ਾ ਪ੍ਰਸਾਰ ਭਾਈਚਾਰਾ, ਉਸ ਨੇ ਇਹ ਅੰਕੜਿਆਂ ਦਾ ਭਰਪੂਰ ਪ੍ਰਚਾਰ ਕੀਤਾ ਹੈ ਔਰ ਇਹਦੀ ਸ਼ਲਾਘਾ ਹੋਈ ਹੈ, ਔਰ ਲੋਕਾਂ ਨੇ ਕਿਹਾ ਵੀ ਸਾਡੇ ਮਨਾਂ 'ਚੋਂ ਇਹ ਸ਼ੱਕ ਦੂਰ ਕੀਤਾ ਗਿਆ ਹੈ। ਹੁਣ ਇੱਕ ਹੋਰ ਇਹਦੀ ਉਦਾਹਰਨ, ਵੀ 2-3-4 ਸਾਲ ਤੋਂ ਤਾਂ ਅਸੀਂ ਵੀ ਬੜਾ ਰੌਲਾ ਪਾਇਆ ਪੰਜਾਬੀ ਜੀ ਜੀ ਭਾਸ਼ਾ ਦੇ ਹੱਕ 'ਚ ਦਲੀਲ ਨਾਲ। ਜੀ ਕਦੇ ਕਿਸੇ ਵੀ ਹਿੰਦੂ ਤਬਕੇ ਦੀ, ਕਿਸੇ ਵੀ ਜਿਹੜੀਆਂ ਸੰਸਥਾਵਾਂ ਨੇ, ਕਦੇ ਕਿਸੇ ਨੇ ਵਿਰੋਧ ਨਹੀਂ ਕੀਤਾ ਵੀ ਇਹ ਪੰਜਾਬੀ 'ਚ ਕਿਉਂ ਕਰ ਰਹੇ ਹੋ ਤੁਸੀਂ। ਮਤਲਬ ਇਹ ਵੀ ਹੁਣ ਸਭ ਦੀ ਮਾਤ ਭਾਸ਼ਾ ਦੇ ਲਈ ਯਤਨਸ਼ੀਲ ਨੇ। ਇਹ ਜਿਹੜਾ ਰੋੜਾ ਹੈ ਹਟ ਗਿਆ ਹੈ। ਹੁਣ ਇਹ ਸਿਆਸੀ ਧਿਰਾਂ ਨੂੰ ਮੰਨਣਾ ਪਊਗਾ ਵੀ ਇਹ ਵੋਟ ਬੈਂਕ ਸਾਡਾ ਹਿੰਦੂ ਕਿਤੇ ਨਹੀਂ ਜਾਂਦਾ, ਇਹ ਸਾਡੇ ਨਾਲ ਹੈ। ਇਸੇ ਲਈ ਇਹ ਜਿਹੜੀ ਵਿਧਾਨ ਸਭਾ ਤੱਕ ਇਹ ਐਤਕੀ ਗੱਲ ਕਹੀ ਹੈ, ਚਾਹੇ ਅੱਖਾਂ ਵੀ ਨਹੀਂ ਪੂੰਝੀਆਂ ਸਾਡੀਆਂ ਇਹਨਾਂ ਨੇ, ਉਹ ਸੋਧਾਂ ਕਰਕੇ ਉਹ ਐਵੇਂ ਹੀ ਆਪਣੇ ਜਿਹੜੇ ਹੁੰਦੇ ਨੇ ਗੋਦੀ ਮੀਡੀਆ ਵਾਲੇ ਜਾਂ ਇਹਨਾਂ ਦੇ ਜਿਹੜੇ ਸ਼੍ਰੋਮਣੀ ਸਾਹਿਤਕਾਰ ਨੇ,
ਜੀ ਉਹ ਰੌਲਾ ਪਾਉਂਦੇ ਨੇ ਵੀ ਬਹੁਤ ਵੱਡਾ ਇਤਿਹਾਸਕ ਫੈਸਲਾ ਹੋ ਗਿਆ। ਤੇ ਜਦੋਂ ਮੇਰੇ ਵਰਗਾ ਉਹਨਾਂ ਦੀਆਂ ਪੋਸਟਾਂ ਦੇ ਪੁੱਛਦਾ ਵੀ ਕੀ ਨਵਾਂ ਇਤਿਹਾਸ ਰਚਿਆ ਗਿਆ ਹੈ, ਤਾਂ ਉਹਨਾਂ ਕੋਲੇ ਕੋਈ ਜਵਾਬ ਨਹੀਂ ਹੁੰਦਾ। ਚਾਹੇ ਇਹ ਅੱਖਾਂ ਪੂੰਝੀਆਂ ਗਈਆਂ, ਪਰ ਇਹ ਸਾਡੇ ਲਈ ਇੱਕ ਪ੍ਰਾਪਤੀ ਇਹ ਹੈ ਵੀ ਪੰਜਾਬ ਸਰਕਾਰ ਦੀ ਕੰਨ ਤੱਕ ਆਵਾਜ਼ ਗਈ, ਕਾਂਗਰਸ ਸਰਕਾਰ ਦੀ ਆਵਾਜ਼ ਗਈ ਪਾਰਟੀ 'ਚ ਕੰਨ ਤੱਕ। ਕਾਂਗਰਸ ਸਰਕਾਰ, ਕਾਂਗਰਸ ਪਾਰਟੀ ਦੀ ਵੀ ਕੰਨ 'ਚ ਆਵਾਜ਼ ਗਈ ਵੀ ਜੀ ਹੁਣ ਪੰਜਾਬੀ ਆ ਸਾਨੂੰ ਉਹ ਲਾਗੂ ਕਰਨੀ ਪੈਣੀ ਹੈ। ਦੂਜੀਆਂ ਵਿਰੋਧੀ ਸਿਆਸੀ ਧਿਰਾਂ ਨੇ, ਉਹਨਾਂ ਨੇ ਉਹ ਜਿਹੜੇ ਪ੍ਰਸਤਾਵ ਨੇ ਉਹ ਸਰਬਸੰਮਤੀ ਨਾਲ ਪਾਸ ਕਰਾਏ ਨੇ। ਮਤਲਬ ਉਹਨਾਂ ਨੇ ਵੀ ਪੰਜਾਬੀ ਹੈ ਜਿਹੜੀ ਅਪਣਾ ਲਈ ਹੈ। ਇਹ ਸਾਡੀ ਹੁਣ ਵੱਡੀ ਜਿੱਤ ਹੈ। ਜੀ ਅੱਗੇ ਤੋਂ ਕੱਟ ਪੰਜਾਬੀ ਦਾ ਜਿਹੜਾ ਰਿਵਰਸ ਗੇਅਰ ਲਾਇਆ ਹੋਇਆ ਸੀ ਕੈਪਟਨ ਸਰਕਾਰ ਨੇ, ਮੈਂ ਸਿੱਧੀ ਗੱਲ ਕਰਦਾ, ਜੀ ਉਹਨਾਂ ਨੇ ਸਮਾਰਟ ਸਕੂਲਾਂ ਦੇ ਨਾਂ ਤੇ 12,000 ਸਕੂਲਾਂ ਦੇ ਵਿੱਚ ਉਹਨਾਂ ਦਾ ਦਾਅਵਾ ਸੀ ਵੀ ਜੀ ਮੈਂ ਹਿੰਦੀ ਦੀ ਪੰਜਾਬੀ ਮਾਧਿਅਮ ਦੀ ਥਾਂ ਅੰਗਰੇਜ਼ੀ ਮਾਧਿਅਮ ਕਰਤਾ। ਜੀ ਉਹ ਜਿਹੜੀ ਠੱਲ ਹੈ ਹੁਣ ਘੱਟੋ ਘੱਟ ਪਊਗੀ। ਜੀ ਹੁਣ ਪੰਜਾਬੀ ਦਾ ਨੁਕਸਾਨ ਨਹੀਂ ਹੋਊਗਾ, ਅੱਗਾਂ ਤੋਂ ਪੰਜਾਬੀ ਦਾ ਵਿਕਾਸ ਹੋਊਗਾ। ਇਹ ਥੋੜੀ ਜੀ ਇਹਦੀ ਪਿੱਠ ਭੂਮੀ ਹੈ ਜੀ ਰਾਜ ਭਾਸ਼ਾ ਐਕਟ ਦੀ ਜੀ ਤੇ ਚੰਨੀ ਮੈਂ ਮੂਵਮੈਂਟ। 2008 ਦੀ ਜਿਹੜੀ ਸੋਧ ਹੋਈ ਸੀ ਉਹਦੇ ਬਾਰੇ ਥੋੜੀ ਜਿਹੀ ਤੁਹਾਡੇ ਕੋਲੋਂ ਜਾਣਕਾਰੀ ਲੈਣਾ ਚਾਹਾਂਗਾ, ਬਹੁਤ ਸੰਖੇਪ ਸ਼ਬਦਾਂ ਦੇ ਵਿੱਚ। ਖਾਸ ਕਰਕੇ ਉਦੋਂ ਇੱਕ ਕਾਨੂੰਨ ਵੀ ਪਾਸ ਕੀਤਾ ਜਾਂਦਾ ਹੈ ਕਿ ਪੰਜਾਬ ਦੇ ਸਕੂਲਾਂ ਦੇ ਵਿੱਚ 10ਵੀਂ ਤੱਕ ਦੀ ਪੜ੍ਹਾਈ ਜਿਹੜੀ ਆ ਪੰਜਾਬੀ ਦੇ ਵਿੱਚ ਹੋਏਗੀ, ਜਦ 10ਵੀਂ ਵਿੱਚ ਕਹਿ ਲਓ ਕਿ ਜਿਹੜੀ ਪੰਜਾਬੀ ਭਾਸ਼ਾ ਦਾ ਪੇਪਰ ਪਾਸ ਕਰਨਾ ਹੋਵੇਗਾ। ਇਸ ਕਾਨੂੰਨ ਨੂੰ ਕਿਵੇਂ ਦੇਖਦੇ ਹੋ ਤੁਸੀਂ? ਇਹ 2007 ਤੱਕ ਚ ਇੱਕ ਸਟੇਟਮੈਂਟ ਕੋਈ ਯੂਨੈਸਕੋ ਦੀ ਆਈ ਸੀ ਜੀ ਵੀ ਦੁਨੀਆ ਦੀਆਂ 50 ਕੁ ਲਗਭਗ ਭਾਸ਼ਾਵਾਂ ਨੇ ਜਿਹੜੀਆਂ ਜੀ ਉਹ 50 ਸਾਲਾਂ ਦੇ ਵਿੱਚ ਮਰਨ ਕਿਨਾਰੇ ਪਹੁੰਚ ਗਈਆਂ ਔਰ ਪਹੁੰਚ ਜਾਣਗੀਆਂ, ਮਰ ਜਾਣਗੀਆਂ। ਜੀ ਤਾਂ ਕੁਲਦੀਪ ਨਈਅਰ ਸਾਹਿਬ ਨੇ ਉਦੋਂ ਇੱਕ ਬਿਆਨ ਦਿੱਤਾ ਵੀ ਪੰਜਾਬੀ ਵੀ ਉਹਨਾਂ ਚੋਂ ਇੱਕ ਹੈ। ਜੀ ਉਹ ਕੁਲਦੀਪ ਨਈਅਰ ਸਾਹਿਬ ਇੰਨੇ ਸਤਿਕਾਰਯੋਗ ਪੱਤਰਕਾਰ ਪੰਜਾਬ ਦੇ ਸੀਗੇ, ਉਹਨਾਂ ਦੀ ਇਸ ਗੱਲ ਨੂੰ ਸਭ ਨੇ ਗੰਭੀਰਤਾ ਨਾਲ ਲਿਆ। ਜੀ ਤਾਂ ਪੰਜਾਬ ਦੇ ਵਿੱਚ ਪੰਜਾਬੀ ਲਈ ਆਵਾਜ਼ ਉੱਠੀ। ਜੀ ਉਸ ਆਵਾਜ਼ ਦਾ ਅਸਰ ਸੀ ਵੀ ਰਾਜ ਭਾਸ਼ਾ ਐਕਟ ਦੇ ਵਿੱਚ 2008 ਚ ਸੋਧਾਂ ਹੋਈਆਂ। ਜੀ ਉਹਨਾਂ ਹੀ ਦਿਨਾਂ 'ਚ ਦੂਜਾ ਕਾਨੂੰਨ ਬਣਿਆ, ਕਿਉਂਕਿ ਪ੍ਰਾਈਵੇਟ ਸਕੂਲ ਨੇ ਜਿਹੜੇ ਉਹ CBSE ICSE ਦੇ ਅੰਡਰ ਨੇ, ਉਹਨਾਂ ਨੂੰ ਫਰੀडम ਸੀ ਵੀ ਉਹ ਪੰਜਾਬੀ ਪੜ੍ਹਾਉਣ ਜਾਂ ਨਾ ਪੜ੍ਹਾਉਣ। ਉਹ CBSE ਜਿਹੜੇ ਬੋਰਡ ਹੈ ਕੇਂਦਰ ਸਰਕਾਰ ਦੇ ਅੰਡਰ ਹੈ। ਉਹਨਾਂ ਦੇ ਵਿੱਚ ਲਈ ਪੰਜਾਬੀ ਨੂੰ ਲਾਗੂ ਕਰਾਉਣ ਲਈ ਇੱਕ ਦੂਜਾ ਕਾਨੂੰਨ ਬਣਿਆ ਜਿਹਦਾ ਨਾਮ ਦੀ ਲਰਨਿੰਗ ਆਫ ਪੰਜਾਬੀ ਐਂਡ ਅਦਰ ਲੈਂਗੁਏਜਸ ਐਕਟ ਹੈ। ਉਹਦੇ ਵਿੱਚ ਇਹ ਵਿਵਸਥਾ ਹੈ ਵੀ ਪੰਜਾਬ ਦੇ ਹਰ ਸਕੂਲ ਦੇ ਵਿੱਚ, ਪ੍ਰਾਈਵੇਟ 'ਚ ਹੋਵੇ ਸਰਕਾਰੀ ਹੋਵੇ, ਜੀ ਪਹਿਲੀ ਤੋਂ ਲੈ ਕੇ 10ਵੀਂ ਤੱਕ ਪੰਜਾਬੀ ਵਿਸ਼ੇ ਦੀ ਪੜ੍ਹਾਈ ਕਰਨੀ ਜ਼ਰੂਰੀ ਹੈ ਜੀ ਔਰ ਲਾਜ਼ਮੀ ਵਿਸ਼ੇ ਦੇ ਤੌਰ ਤੇ ਕਰਨੀ ਜ਼ਰੂਰੀ ਹੈ। ਜੀ ਲਾਜ਼ਮੀ ਦਾ ਮਤਲਬ ਇਹ ਹੈ ਵੀ ਇਹਦਾ ਜਿਹੜਾ ਸਿਲੇਬਸ ਹੈ ਉਹ ਦੂਜੀਆਂ ਭਾਸ਼ਾਵਾਂ ਦੇ ਪੱਧਰ ਦਾ ਹੀ ਹੋਵੇਗਾ। ਜੀ ਇਹ ਵਿਵਸਥਾ ਹੋਈ। ਹੁਣ ਇਹਦੇ ਤੇ ਦਬਾਅ ਬਣਾਉਣ ਲਈ ਇਹ ਇੱਕ ਵਿਵਸਥਾ ਇਹਦੇ ਵਿੱਚ ਵੀ ਜਿਹੜਾ ਵਿਦਿਆਰਥੀ 10ਵੀਂ ਦਾ ਇਮਤਿਹਾਨ ਪਾਸ ਨਹੀਂ ਕਰੂਗਾ ਪੰਜਾਬੀ 'ਚ, ਉਸ ਨੂੰ ਨਾ CBSE ਨਾ ICSE ਨਾ ਕੋਈ ਹੋਰ ਸੰਸਥਾ ਸਰਟੀਫਿਕੇਟ 10ਵੀਂ ਪਾਸ ਦਾ ਨਹੀਂ ਦੇਊਗੀ। ਜੀ ਇੱਕ ਤਾਂ ਇਹ ਹੈ ਇਹਦੀ ਵਿਵਸਥਾ। ਦੂਜੀ ਵਿਵਸਥਾ ਸਕੂਲਾਂ ਦੇ ਉੱਤੇ ਹੈਗਾ ਪ੍ਰੈਸ਼ਰ। ਉਹ ਇਹ ਹੈ ਵੀ ਜੇ ਕੋਈ ਸਕੂਲ 1 ਮਹੀਨਾ ਲਗਾਤਾਰ ਇਸ ਕਾਨੂੰਨ ਦੀਆਂ ਵਿਵਸਥਾਵਾਂ, ਕੋਈ ਵਿਵਸਥਾ ਮੇਨ ਵੀ ਪੰਜਾਬੀ ਪੜ੍ਹਾਉਣੀ ਹੈ, ਜੀ ਨਹੀਂ ਪੜ੍ਹਾਉਂਦਾ ਤਾਂ ਉਹਨੂੰ 50,000 ਰੁਪਏ ਜੁਰਮਾਨਾ ਪਹਿਲਾਂ ਸੀ ਜਿਹੜਾ, ਹੁਣ ਸਰਕਾਰ ਨੇ 1 ਲੱਖ ਕਰਤਾ। ਜੀ 25,000 ਸੀ 50,000 ਕਰਤਾ। ਜੀ ਤੇ ਜਿਹੜਾ 2 ਮਹੀਨੇ ਨਹੀਂ ਲਾਗੂ ਕਰਦਾ ਪੰਜਾਬੀ, ਉਹਦਾ 50,000 ਰੁਪਏ ਪਹਿਲਾਂ ਸੀ, ਹੁਣ 1 ਲੱਖ ਕਰਤਾ। ਤੇ ਤੀਜਾ ਸੀਗਾ ਵੀ ਜੇ 3 ਮਹੀਨਿਆਂ ਤੱਕ ਨਹੀਂ ਕਰਦਾ ਤਾਂ 1 ਲੱਖ ਸੀ 2 ਲੱਖ ਕਰਤਾ। ਇਹ ਸੋਧਾਂ ਹੋਈਆਂ, ਜੁਰਮਾਨੇ ਦੀ ਜਿਹੜੀ ਮਾਤਰਾ ਹੈ ਉਹ ਦੁੱਗਣੀ ਹੋਈ ਹੈ। ਦੁਗਣੀ ਇੱਕ ਹੋਰ ਵੱਡਾ ਜਿਹੜਾ ਦਬਾਅ ਸੀ ਜਿਹਨੂੰ ਲਾਗੂ ਕਰਨਾ ਚਾਹੀਦਾ ਸੀ, ਉਹਦੇ ਚ ਪਹਿਲੇ ਕਾਨੂੰਨ 'ਚ ਇਹ ਵਿਵਸਥਾ ਵੀ ਜੇ ਸਕੂਲ 1 ਸਾਲ ਇਹ ਉਲੰਘਣਾ ਕਰੀ ਜਾਂਦਾ ਹੈ ਜੀ ਤਾਂ ਉਹਦੀ ਜਿਹੜੀ ਮਾਨਤਾ ਹੈ ਉਹ ਰੱਦ ਕਰ ਸਕਦੀ ਹੈ ਪੰਜਾਬ ਸਰਕਾਰ। ਕਈ ਲੋਕਾਂ ਨੂੰ ਇਹ ਨਹੀਂ ਪਤਾ ਵੀ ਇਹ ਲੋਕ ਕਹਿੰਦੇ ਨੇ ਜੀ ਇਹਦਾ CBSE ਦੇ ਸਕੂਲ ਨੇ, ਜੀ ਪੰਜਾਬ ਸਰਕਾਰ ਦਾ ਇਹਦੇ ਨਾਲ ਕੋਈ ਮਤਲਬ ਨਹੀਂ ਹੈ, ਸਕੂਲ ਵੀ ਕਹਿੰਦੇ ਆ ਕਈ ਵਾਰੀ। ਜੀ ਪਰ ਮਾਨਤਾ ਪੰਜਾਬ ਸਰਕਾਰ ਨੇ ਵੀ ਦਿੱਤੀ ਹੁੰਦੀ ਹੈ। ਇੱਕ ਰਿਕੋਗਨੀਸ਼ਨ ਹੁੰਦੀ ਹੈ, ਆਪਾਂ ਦੇਖਦੇ ਹਾਂ, ਇੱਕ ਐਫੀਲੀਏਸ਼ਨ ਹੁੰਦੀ ਹੈ। ਜੀ ਐਫੀਲੀਏਸ਼ਨ
ਜਿਹੜੇ ਅਦਾਰੇ ਹੈ ਜਿਵੇਂ CBSE ਬੋਰਡ ਵਗੈਰਾ ਉਹਨਾਂ ਨਾਲ ਹੁੰਦੀ ਹੈ। ਜਿਹੜੀ ਮਾਨਤਾ ਹੁੰਦੀ ਹੈ ਉਹ ਪ੍ਰਾਂਤਿਕ ਸਰਕਾਰ ਦਿੰਦੀ ਹੈ। ਜੀ ਤਾਂ ਮਾਨਤਾ ਰੱਦ ਹੋ ਜੇ ਤਾਂ ਉਸ ਪ੍ਰਾਂਤ ਦੇ ਵਿੱਚ ਸਕੂਲ ਨਹੀਂ ਚੱਲ ਸਕਦਾ। ਇਹ ਵੀ ਵਿਵਸਥਾ ਹੈ। ਇਹ ਤਿੰਨ ਵਿਵਸਥਾਵਾਂ ਉਸ ਕਾਨੂੰਨ 'ਚ ਸੀਗੀਆਂ, ਜੀ ਪਰ ਕਾਨੂੰਨ ਬਣਿਆ ਔਰ ਰੱਦੀ ਦੀ ਟੋਕਰੀ 'ਚ ਚਲਿਆ ਗਿਆ। ਜੀ ਕਿਸੇ ਨੇ ਇਸ ਕਾਨੂੰਨ ਦਾ ਕਿਸੇ ਨੂੰ ਪਤਾ ਨਹੀਂ ਸੀ। ਜੀ ਔਰ ਮੇਰਾ ਇਹ ਦਾਅਵਾ ਹੈ ਜੀ ਵੀ 2015 ਚ ਮੈਂ ਇਹ ਕਾਨੂੰਨ ਲੱਭਿਆ। ਜੀ ਅੱਜ ਵੀ ਜੇ ਤੁਸੀਂ ਨੈਟ ਤੇ ਸਰਚ ਮਾਰੋਗੇ ਤਾਂ ਤੁਹਾਨੂੰ ਇਹ ਕਾਨੂੰਨ ਕਿਤੇ ਵੀ ਨਹੀਂ ਮਿਲੂਗਾ। ਜੀ ਜੇ ਤੁਸੀਂ ਕਿਸੇ ਕਿਤਾਬ ਲਾਲ ਹੀ ਚਲੇ ਜਾਓਗੇ ਤੁਹਾਨੂੰ ਇਹ ਕਾਨੂੰਨ ਅੱਜ ਵੀ ਨਹੀਂ ਮਿਲੂਗਾ। ਜੀ ਔਰ ਸਿਰਫ ਜੇ ਮਿਲੂਗਾ ਤਾਂ ਮੇਰੀ ਜਾਂ ਸਾਡੀ ਇੱਕ ਪੰਜਾਬੀ ਭਾਸ਼ਾ ਪ੍ਰਸਾਰ ਭਾਈਚਾਰੇ ਦੀ ਵੈਬਸਾਈਟ ਹੈ, ਉੱਥੋਂ ਮਿਲੂਗਾ। ਜੀ ਕਿੰਨੀ ਇਹ ਰੱਦੀ ਦੀ ਟੋਕਰੀ 'ਚ ਕਾਨੂੰਨ ਸਿੱਟਿਆ ਜਾ ਚੁੱਕਿਆ ਸੀ। ਹਾਂਜੀ ਅਸੀਂ ਜਨਾਬ ਜੀ, ਮੈਂ ਕੱਢਿਆ ਇੱਥੇ ਇੱਕ ਸਵਾਲ ਇੱਥੇ ਤੁਹਾਡੇ ਨਾਲ ਜੋੜਨਾ ਚਾਹਾਂਗਾ। ਇਹ ਕਾਨੂੰਨ ਮੈਂ ਵੀ ਪੜ੍ਹਿਆ ਵਾ। ਇਸ ਕਾਨੂੰਨ ਦੀ ਜਦੋਂ ਧਾਰਾ 7 ਨੂੰ ਦੇਖੀਏ ਤਾਂ ਉਹਦੇ ਵਿੱਚ ਸਰਕਾਰ ਦੇ ਕੋਲ ਸ਼ਕਤੀ ਹੈ ਕਿ ਉਹ ਕਿਸੇ ਗਰੁੱਪ ਨੂੰ ਜਾਂ ਕਿਸੇ ਬੱਚਿਆਂ ਨੂੰ ਜਾਂ ਕਿਸੇ ਖਾਸ ਨੂੰ ਜਿਹੜਾ ਵਾ ਪੰਜਾਬੀ ਭਾਸ਼ਾ ਪੜ੍ਹਨ ਤੋਂ ਜਿਹੜਾ ਵਾ ਉਹ ਇੱਕ ਆਪਾਂ ਕਹਿ ਲਈਏ ਕਿ ਐਗਜ਼ੈਂਪਟ ਕਰ ਸਕਦੀ ਹੈ, ਉਹਦੇ ਤੋਂ ਉਹਨੂੰ ਦੇ ਸਕਦੀ ਹੈ ਕਿ ਚਲੋ ਜੇ ਪੰਜਾਬੀ ਨਹੀਂ ਵੀ ਪੜ੍ਹੀ ਤਾਂ ਵੀ ਇਹਨਾਂ ਨੂੰ 10ਵੀਂ ਦਾ ਸਰਟੀਫਿਕੇਟ ਜਿਹੜਾ ਜਾਰੀ ਕੀਤਾ ਜਾ ਸਕਦਾ ਹੈ ਕਿਸੇ ਖਾਸ ਹਾਲਾਤਾਂ ਦੇ ਵਿੱਚ। ਕਿ ਉਹ ਜਿਹੜੀ ਧਾਰਾ 7 ਹੈ ਉਹਨੂੰ ਹੁਣ ਜਦੋਂ ਸੋਧ ਕੀਤੀ ਗਈ ਹੈ ਪਿਛਲੇ ਦਿਨੀ, ਉਹਦੇ ਵਿੱਚੋਂ ਹਟਾ ਦਿੱਤਾ ਗਿਆ ਕਿ ਉਹ ਧਾਰਾ 7 ਅੱਜ ਵੀ ਉੱਥੇ ਹੀ ਖੜੀ ਹੈ। ਨਹੀਂ, ਉਹ ਧਾਰਾ ਬਹੁਤ ਜ਼ਰੂਰੀ ਹੈ। ਜੀ ਆਪਾਂ ਕੋਈ ਐਵੇਂ ਕੱਟੜ ਨਹੀਂ ਬਣ ਸਕਦੇ ਜੀ ਵੀ ਪੰਜਾਬੀ ਹਰ ਹਾਲਤ 'ਚ ਲਾਗੂ ਹੋਵੇ। ਬਹੁਤ ਨਹੀਂ, ਸਾਰੇ ਜਦੋਂ ਆਪਾਂ ਕੰਨੜ ਭਾਸ਼ਾ ਦੇ ਸੰਦਰਭ ਦੇ ਵਿੱਚ ਦੇਖੀਏ ਤਾਂ ਉਹਨਾਂ ਦੇ ਕਾਨੂੰਨ ਦੇ ਵਿੱਚ ਸਾਫ਼ ਇਹ ਗੱਲ ਲਿਖੀ ਹੈ ਕਿ ਸਾਡੇ ਕੰਨੜ ਦੇ ਮਤਲਬ ਜਦੋਂ ਆਪਾਂ ਰਾਜ ਦੀ ਗੱਲ ਕਰਦੇ ਹਾਂ ਤਾਂ ਕੋਈ ਵੀ ਸਕੂਲ ਅਜਿਹਾ ਨਹੀਂ ਹੈ ਜਿਹੜਾ ਕੰਨੜ ਭਾਸ਼ਾ ਪੜ੍ਹਾਏ ਬਿਨਾ 10ਵੀਂ ਦਾ ਸਰਟੀਫਿਕੇਟ ਜਾਰੀ ਕਰ ਸਕੇ, ਚਾਹੇ ਕੋਈ ਵੀ ਹੋਵੇ। ਪਰ ਪੰਜਾਬ ਦੇ ਵਿੱਚ ਜਦੋਂ ਆਪਾਂ ਦੇਖਦੇ ਹਾਂ ਤਾਂ ਇਸ ਪੱਖ ਨੂੰ ਥੋੜਾ ਜਿਹਾ ਆਪਾਂ ਕਹਿ ਲਈਏ ਕਿ ਨਰਮੀ ਦੇ ਨਾਲ ਪੇਸ਼ ਕੀਤਾ ਗਿਆ ਵਾ। ਤਾਂ ਕਿਤੇ ਨਾ ਕਿਤੇ ਲੱਗਦਾ ਨਹੀਂ ਕਿ ਇਹ ਕਾਰਨ ਹੈ ਕਿ ਪੰਜਾਬੀ ਜਿਹੜੀ ਹੈ ਉਹ ਸਹੀ ਅਰਥਾਂ ਦੇ ਵਿੱਚ ਜਾਂ ਜ਼ਮੀਨੀ ਪੱਧਰ ਦੇ ਉੱਪਰ ਲਾਗੂ ਨਹੀਂ ਹੋ ਪਾ ਰਹੀ। ਦੇਖੋ, ਉਹ ਕੰਨੜ ਵਾਲਾ ਮੈਂ ਤਾਂ ਪੜ੍ਹਿਆ ਨਹੀਂ ਹੈ, ਮੈਂ ਜੀ ਵੀ ਸਾਫ਼ ਕਹਾਂ। ਜੇ ਤੁਸੀਂ ਪੜ੍ਹਿਆ ਹੈ ਜੀ ਤਾਂ ਜੇ ਇਦਾਂ ਦੀ ਗੱਲ ਹੈ ਜੀ ਤਾਂ ਕਈ ਵਾਰ ਸਟੈਂਡ ਨਹੀਂ ਕਰਦੀ। ਤੁਸੀਂ ਵੀ ਲਾ ਦੇ ਬੈਕਗ੍ਰਾਉਂਡ ਵਾਲਿਓ, ਹਾਈ ਕੋਰਟ ਵਗੈਰਾ 'ਚ ਰੱਦ ਹੋ ਜਾਂਦੀ ਹੈ। ਜੀ ਕਿਉਂ ਹੋ ਜਾਂਦੀ ਹੈ? ਹੁਣ ਜਿਹੜੇ ਬੱਚੇ ਕੇਂਦਰ ਸਰਕਾਰ ਦੇ ਮੁਲਾਜ਼ਮ ਨੇ, ਜੀ ਕਦੇ ਉਹ ਤਾਮਿਲਨਾਡੂ 'ਚ ਨੇ 에ਅਰਫੋਰਸ ਵਾਲੇ ਆ, ਕੋਈ ਹੋਰ ਹੈ, ਕੋਈ ਇਨਕਮ ਜੀ ਟੈਕਸ ਵਾਲੇ ਆ, ਕਦੇ ਉਹ ਕਰਨਾਟਕ 'ਚ ਨੇ, ਕਦੇ ਉਹ ਆਂਧਰਾ 'ਚ ਨੇ, ਕਦੇ ਉਹ ਦਿੱਲੀ ਆ ਜਾਂਦੇ ਨੇ ਬਦਲ ਕੇ, ਕਦੇ ਪੰਜਾਬ ਆ ਗਏ। ਤਾਂ ਉਹ ਬੱਚੇ ਕਿੰਨੀਆਂ ਭਾਸ਼ਾਵਾਂ ਨੇ ਜਿਹੜੀਆਂ ਕਿਹੜੀ ਜਮਾਤ ਤੋਂ ਆ ਕੇ ਸ਼ੁਰੂ ਕਰਨਗੀਆਂ। ਇਹ ਪ੍ਰੈਕਟੀਕਲ ਇੰਪੋਸੀਬਲ ਹੈ। ਜੀ ਨਾ ਅਸੀਂ ਇਹਦਾ ਹੱਕ 'ਚ ਕਹਿੰਦੇ ਆ ਵੀ ਜੀ ਕੰਪਲਸਰੀ ਹਰ ਇੱਕ ਲਈ ਹੋਵੇ। ਇਹ ਬੱਚਿਆਂ ਨੂੰ ਕਮਲਾ ਕਰਨ ਵਾਲਾ ਇੱਕ ਵਿਵਸਥਾ ਹੋਵੇਗੀ। ਜੀ ਹੁਣ ਉਹ ਜੇ ਤੁਸੀਂ ਧਿਆਨ ਨਾਲ ਪੜ੍ਹਿਆ, ਉਹ ਵਿਵਸਥਾ ਜਿਹੜੀ ਪੰਜਾਬ ਵਾਲੇ 'ਚ ਹੈ ਹਾਂਜੀ ਉਹ ਇਹੀ ਲਿਖਿਆ ਹੋਇਆ ਹੈ ਵੀ ਸਪੈਸ਼ਲ ਹਾਲਾਤਾਂ 'ਚ। ਸਪੈਸ਼ਲ ਹਾਲਾਤ ਇਹੀ ਨੇ, ਬੱਚਾ ਬਦਲ ਕੇ ਆ ਗਿਆ ਕਿਸੇ ਹਾਲਾਤ 'ਚ, ਕਰਨਾਟਕ 'ਚੋਂ ਆ ਗਿਆ, ਇੱਕਦਮ ਪੰਜਾਬੀ ਕਿਵੇਂ ਪੜ੍ਹ ਲੂ? ਉਹ 9ਵੀਂ 'ਚ ਆਇਆ, ਜੀ ਉਹ ਇੱਕਦਮ ਪੰਜਾਬੀ ਦੀ 9ਵੀਂ ਤੱਕ ਦਾ ਸਟੈਂਡਰਡ ਨਹੀਂ ਪੜ੍ਹ ਸਕਦਾ। ਅਜਿਹੇ ਬੱਚਿਆਂ ਨੂੰ ਛੋਟ ਹੈ, ਔਰ ਉਹ ਛੋਟ ਐਵੇਂ ਨਹੀਂ ਹੈ, ਇਕੱਲਾ ਸਕੂਲ ਨਹੀਂ ਦੇ ਸਕਦਾ, ਜੀ ਉਹ ਪਰਮਿਸ਼ਨ ਲੈਣੀ ਪਊ ਸਕੂਲ ਨੂੰ। ਸਰਕਾਰ ਦੀ ਪਰਮਿਸ਼ਨ ਹੈ। ਵੀ ਸਰਕਾਰ ਦੀ ਪਰਮਿਸ਼ਨ ਲਊਗੀ, ਸਰਕਾਰ ਦੇਖੂਗੀ ਵੀ ਵਾਕਈ ਉਹ ਛੋਟ ਮਿਲਣੀ ਚਾਹੀਦੀ ਹੈ। ਜੇ ਉਹ ਯੋਗ ਹੈ ਤਾਂ ਉਹਨੂੰ ਛੋਟ ਮਿਲਣੀ ਚਾਹੀਦੀ ਹੈ। ਜੀ ਅਸੀਂ ਉਹਦੀ ਸਪੋਰਟ ਕਰਦੇ ਹਾਂ ਇਸ ਵਿਵਸਥਾ ਦੀ। ਜੀ ਉਹ ਬਹੁਤ ਥੋੜਾ ਜਿਹਾ ਕੋਈ ਵਰਗ ਹੋਏਗਾ ਜਿਹੜਾ ਪੰਜਾਬੀ ਨਹੀਂ ਪੜ੍ਹੇਗਾ, ਔਰ ਉਹਦੇ 'ਚ ਕੀ ਹਰਜ ਹੈ? ਹੁਣ ਵੀ ਤੇ ਜਿਹੜੇ ਬਹੁਤ ਸਾਰੇ ਪ੍ਰਵਾਸੀ ਆ ਮਿੱਤਰ ਆਪਣੇ, ਉਹ ਨਹੀਂ ਬੋਲਦੇ ਪੰਜਾਬੀ, ਫਿਰ ਕੀ ਫਰਕ ਪੈਂਦਾ ਹੈ? ਇਹ ਗੱਲ ਨਹੀਂ ਹੁੰਦੀ। ਜੀ ਡਿਕਟੇਟਰਸ਼ਿਪ ਨਾ ਚੱਲੇ, ਨਾ ਲੋੜ ਹੁੰਦੀ ਹੈ। ਬੱਚੇ ਨੇ ਸਾਡੇ, ਚਾਹੇ ਜੀ ਬਿਹਾਰ ਦੇ ਨੇ, ਕਿਸੇ ਨੇ, ਸਾਡੇ ਬੱਚੇ ਨੇ, ਉਹ ਕਨਫਿਊਜ਼ ਨਾ ਹੋਣ, ਚਾਰ ਭਾਸ਼ਾਵਾਂ ਦੇ ਚੱਕਰਾਂ 'ਚ ਨਾ ਪੈਣ। ਜੀ ਇਸ ਲਈ ਇਹ ਵਿਵਸਥਾ ਵੀ ਬੜੀ ਹੀ ਸੋਹਣੀ ਔਰ ਬੱਚਿਆਂ ਦੇ ਭਵਿੱਖ ਨੂੰ ਸੁਰੱਖਿਅਤ ਕਰਨ ਵਾਲੀ ਹੈ। ਇਹ ਲਾਗੂ ਹੋਣੀ ਚਾਹੀਦੀ ਹੈ, ਕੋਈ ਮਾੜੀ ਨਹੀਂ, ਵਧੀਆ ਵਿਵਸਥਾ ਹੈ। ਹਾਂਜੀ, ਇਹ ਇੱਕ ਮੇਰਾ ਸਵਾਲ ਆਪਣੇ ਮਨ ਦਾ ਵੈ ਕਿ ਜਿੰਨੀ ਕਿ ਮੈਨੂੰ ਜਾਣਕਾਰੀ ਹੈ ਇਸ ਮਸਲੇ ਦੇ ਉੱਪਰ, ਕਿ ਜੇ ਅਸੀਂ ਪੰਜਾਬ ਰਾਜ ਭਾਸ਼ਾ ਐਕਟ ਦੀ ਗੱਲ ਕਰ ਲਈਏ ਜਾਂ ਲਰਨਿੰਗ ਆਫ ਪੰਜਾਬੀ ਐਕਟ ਦੀ ਗੱਲ ਕਰਦੇ ਹਾਂ, ਉਹ ਅਜੇ ਤੱਕ ਅਧਿਕਾਰਿਕ ਤੌਰ ਦੇ ਉੱਪਰ ਜਿਹੜਾ ਪੰਜਾਬੀ ਦੇ ਵਿੱਚ ਅਨੁਵਾਦ ਹੋਇਆ ਨਹੀਂ ਮਿਲਦਾ। ਚਾਹੇ ਕਿ ਜਿਵੇਂ ਤੁਸੀਂ ਹੋ ਜਾਂ ਕੋਈ ਹੋਰ ਵਕੀਲ ਸਾਹਿਬ ਹੋਣ, ਉਹਨਾਂ ਨੇ ਜਿਹੜਾ ਪੰਜਾਬੀ ਦੇ ਵਿੱਚ ਅਨੁਵਾਦ ਕੀਤਾ ਹੈ, ਪਰ ਅਧਿਕਾਰਿਕ ਤੌਰ ਤੇ ਕਹਿਣ ਤੋਂ ਭਾਵ ਕਿ ਵਿਧਾਨ ਸਭਾ ਦੇ ਵਿੱਚ ਨਹੀਂ ਹੋਇਆ। ਕਿ ਇਹ ਮੇਰੀ ਜਿਹੜੀ
ਗੱਲ ਜਿੰਨੀ ਕਿ ਮੇਰੀ ਜਾਣਕਾਰੀ ਹੈ ਇਹ ਠੀਕ ਹੈ ਕਿ ਇਹਦੇ ਵਿੱਚ ਮੈਨੂੰ ਦਰੁਸਤੀ ਕਰਨ ਦੀ ਜ਼ਰੂਰਤ ਹੈ? ਇਹ ਹੁੰਦਾ ਹੈ ਜੀ ਵੀ ਜਿਹੜਾ ਅਨੁਵਾਦ ਹੈ ਉਸ ਅਧਿਕਾਰਤ ਜਿਹਨੂੰ ਤੁਸੀਂ ਕਹਿੰਦੇ ਹੋ ਉਹਦਾ ਹੋਣਾ ਬਹੁਤ ਜ਼ਰੂਰੀ ਹੈ, ਜੀ ਕਿਉਂਕਿ ਅਨੁਵਾਦ ਕਰਦੇ ਸਮੇਂ ਕਈ ਵਾਰ ਕਾਨੂੰਨ ਦੀਆਂ ਜਿਹੜੀਆਂ ਇੱਛਾਵਾਂ ਹੁੰਦੀਆਂ ਨੇ, ਭਾਵਨਾਵਾਂ ਹੁੰਦੀਆਂ ਨੇ, ਜੀ ਉਹ ਕਈ ਵਾਰ ਉਲਟ ਸੁਲਟ ਹੋ ਜਾਂਦੀਆਂ। ਜੀ ਇਸ ਲਈ ਇਹ ਵਿਵਸਥਾ ਹੈ ਕਾਨੂੰਨ ਦੀ ਵੀ ਉਹੀ ਅਨੁਵਾਦ ਕਿਸੇ ਕਾਨੂੰਨ ਦਾ ਮੰਨਿਆ ਜਾਊਗਾ ਅਦਾਲਤਾਂ 'ਚ ਜਿਹੜਾ ਅਨੁਵਾਦ ਹੋ ਕੇ ਗਵਰਨਰ ਦੀ ਮਨਜ਼ੂਰੀ ਨਾਲ ਸਰਕਾਰੀ ਗਜਟ ਵਿੱਚ ਛਪਦਾ ਹੈ, ਹਾਂਜੀ ਉਹੀ ਪ੍ਰਵਾਨਿਤ ਹੁੰਦਾ ਹੈ। ਜੀ ਹੁਣ ਆਪਾਂ ਜਿਹੜਾ ਜੇ ਮੈਂ ਕਰ ਲਿਆ, ਤੁਸੀਂ ਕਰ ਲਿਆ, ਜਾਂ ਕਿਸੇ ਹੋਰ ਮਿੱਤਰ ਨੇ ਕਰ ਲਿਆ, ਜੀ ਉਹਦੀ ਜਿਹੜੀ ਅਨੁਵਾਦ ਹੈ ਉਹ ਗਲਤ ਹੋ ਸਕਦਾ ਹੈ। ਮੈਂ ਇੱਕ ਉਦਾਹਰਨ, ਜੀ ਜਿਹੜਾ ਪੰਜਾਬ ਰਾਜ ਭਾਸ਼ਾ ਐਕਟ ਦਾ 2008 ਦਾ ਕਾਨੂੰਨ ਹੈ ਸੋਧ ਵਾਲਾ, ਹਾਂਜੀ ਉਹਦੇ ਹਿੰਦੀ ਤੇ ਉਹਦੇ ਅੰਗਰੇਜ਼ੀ ਤੇ ਪੰਜਾਬੀ ਅਨੁਵਾਦ ਦੀ ਉਦਾਹਰਨ ਦੇਣਾ ਹੁੰਦਾ ਹੈ। ਜੀ ਹੁਣ ਉਹ ਹੈਗਾ, ਉਹ ਇੱਕ ਜਿਹੜਾ ਕੱਲਾ ਅਨੁਵਾਦਿਤ ਸੋਧਾਂ ਵਾਲਾ ਕਾਨੂੰਨ ਹੈ, ਉਹ ਪੰਜਾਬੀ 'ਚ ਵੀ ਹੈ, ਗਜਟ 'ਚ ਵੀ ਛਪਿਆ ਹੈ। ਜੀ ਉਹਦੇ ਵਿੱਚ ਇੱਕ ਜਿਹੜੀ ਵੱਡੀ ਵਿਵਸਥਾ ਇਹ ਕੀਤੀ ਹੈ ਵੀ ਪੰਜਾਬ ਦੇ ਸਾਰੇ ਦਫ਼ਤਰਾਂ ਦੇ ਵਿੱਚ ਕੰਮਕਾਜ ਪੰਜਾਬੀ 'ਚ ਹੋਊਗਾ, ਸਾਰਾ ਕੰਮਕਾਜ। ਜੀ ਹੁਣ ਸਾਰਾ ਕੰਮਕਾਜ ਹੈ ਜਿਹੜਾ ਪੰਜਾਬੀ ਵਾਲੇ 'ਚ ਇਹ ਲਿਖਿਆ ਗਿਆ ਵੀ ਦਫ਼ਤਰਾਂ 'ਚ ਹੁੰਦਾ ਸਾਰਾ ਕੰਮਕਾਜ। ਸਾਰੇ ਕੰਮਕਾਜ ਤਾਂ ਲਾਇਸੈਂਸ ਵੀ ਨੇ, ਬਰਥ ਸਰਟੀਫਿਕੇਟ ਵੀ ਨੇ, ਜੀ ਜੀ ਇਨਕਮ ਸੋਇਲ ਟੈਕਸ ਦੀਆਂ ਵਗੈਰਾ ਦੀਆਂ ਸਟੇਟਮੈਂਟਸ ਵੀ ਨੇ, ਮੈਡੀਕਲ ਰਿਪੋਰਟਾਂ ਵੀ ਨੇ, ਜੀ ਹਜ਼ਾਰਾਂ ਡਾਕੂਮੈਂਟ ਨੇ ਸਰਕਾਰ ਜਿਹੜੀ ਬਣਾਉਂਦੀ ਹੈ ਜੀ ਵਿੱਚ ਸ਼ਾਮਲ ਹੁੰਦੀ ਹੈ। ਜਿਹੜਾ ਉਹਦਾ ਇੰਗਲਿਸ਼ ਵਰਸ਼ਨ ਹੈ ਉਹ 'ਚ ਲਿਖਿਆ ਆਫੀਸ਼ੀਅਲ ਕੋਰਸਪੋਂਡੈਂਸ, ਜੀ ਆਫੀਸ਼ੀਅਲ ਕੋਰਸਪੋਂਡੈਂਸ, ਜੀ ਚਿੱਠੀ ਪੱਤਰ। ਜੀ ਚਿੱਠੀ ਪੱਤਰ ਦਾ 0.5% ਵੀ ਨਹੀਂ ਹੁੰਦਾ, ਜੀ ਔਰ ਨਾ ਚਿੱਠੀ ਪੱਤਰ ਦੀ ਆਮ ਆਪਾਂ ਜੇ ਇੱਕ ਡੀਸੀ ਨੇ ਦੂਜੇ ਡੀਸੀ ਨੂੰ ਚਿੱਠੀ ਲਿਖੀ ਹੈ ਉਹ ਤੋਂ ਮੈਂ ਕੀ ਲੈਣਾ? ਮੈਨੂੰ ਤਾਂ ਆਪਣਾ ਬਰਥ ਸਰਟੀਫਿਕੇਟ ਚਾਹੀਦਾ, ਮੈਨੂੰ ਆਪਣੀ ਰਜਿਸਟਰੀ ਚਾਹੀਦੀ ਹੈ, ਜੀ ਮੈਨੂੰ ਆਪਣਾ ਡੈਥ ਸਰਟੀਫਿਕੇਟ ਚਾਹੀਦਾ, ਮੈਨੂੰ ਫੈਸਲੇ ਚਾਹੀਦੇ ਨੇ। ਜੀ ਜੀ ਇਸ ਕਰਕੇ ਇਹ ਅਨੁਵਾਦ ਨੇ ਜਿਹੜੇ ਇਦਾਂ ਅਦਾਲਤਾਂ ਦੇ ਵਿੱਚ ਜਦੋਂ ਜਾਂਦੇ ਨੇ ਤਾਂ ਅਧਿਕਾਰਤ ਜਿਹੜਾ ਅਨੁਵਾਦ ਹੈ ਉਹਦੀ ਇੰਟਰਪ੍ਰੀਟੇਸ਼ਨ ਹੁੰਦੀ ਹੈ। ਇਸ ਕਰਕੇ ਅਦਾਲਤਾਂ ਦੇ ਵਿੱਚ ਜੇ ਕੋਈ ਯੂਜ਼ ਕਰਨਾ ਹੈ ਕਾਨੂੰਨ ਤਾਂ ਅਧਿਕਾਰਤ ਹੋਵੇ। ਤੁਹਾਡੀ ਗੱਲ ਬਿਲਕੁਲ ਸਹੀ ਹੈ ਜੀ ਵੀ ਰਾਜ ਭਾਸ਼ਾ ਐਕਟ 67 ਦਾ ਅੱਧਾ ਪੋਰਸ਼ਨ 2008 ਤੋਂ ਪਹਿਲਾਂ ਵਾਲਾ ਕੱਲੀ ਅੰਗਰੇਜ਼ੀ 'ਚ ਹੈ, ਜੀ ਔਰ 2008 ਵਾਲਾ ਅੰਗਰੇਜ਼ੀ 'ਚ ਤੇ ਪੰਜਾਬੀ 'ਚ ਵੀ ਹੈ। ਜੀ ਲਰਨਿੰਗ ਆਫ ਪੰਜਾਬੀ ਐਕਟ ਹੈ, ਉਹ ਕੱਲੀ ਅੰਗਰੇਜ਼ੀ 'ਚ ਹੈ। ਜੀ ਤੇ ਜਿਹੜੀਆਂ ਦੋ ਸੋਧਾਂ ਨੇ, ਦੁਖਾਂਤ ਉਦੋਂ ਹੈ, ਜਿਹੜੀਆਂ ਹੁਣ ਸੋਧਾਂ ਹੋਈਆਂ ਇੰਨੇ ਹਾਂਜੀ ਰੌਲੇ ਰੱਪੇ 'ਚ, ਜੀ ਉਹ ਵੀ ਕੱਲੀ ਅੰਗਰੇਜ਼ੀ 'ਚ ਹੈ, ਜੀ ਉਹਦਾ ਅਨੁਵਾਦ ਨਹੀਂ ਆਇਆ। ਇਸ ਕਰਕੇ ਮੈਂ ਜਿਹੜੀ ਗੱਲ ਪਹਿਲਾਂ ਕੀਤੀ ਵੀ ਉਹ ਨੋਟੀਫਿਕੇਸ਼ਨ ਜਾਰੀ ਹੋਣੀ ਚਾਹੀਦੀ ਹੈ ਜਿਹੜੀ ਇਹ ਵਿਵਸਥਾ ਕਰੇ ਵੀ ਜਿੰਨੇ ਵੀ ਕਾਨੂੰਨ ਬਣਨਗੇ ਉਹ ਅੰਗਰੇਜ਼ੀ ਦੇ ਨਾਲ ਨਾਲ ਪੰਜਾਬੀ 'ਚ ਵੀ ਬਣਨਗੇ। ਜੀ ਇਹ 4 ਲਾਈਨਾਂ ਦੀ ਨੋਟੀਫਿਕੇਸ਼ਨ ਹੈ, ਜੀ ਇਹ ਜਾਰੀ ਹੋਣੀ ਚਾਹੀਦੀ ਹੈ, ਨਹੀਂ ਹੈ। ਕੁੱਲ ਮਿਲਾ ਕੇ ਹਾਸੋਹੀਣੀ ਸਥਿਤੀ ਪੈਦਾ ਹੋ ਜਾਂਦੀ ਹੈ ਜਦੋਂ ਇਹ ਗੱਲ ਕਹੀ ਜਾ ਰਹੀ ਹੈ ਕਿ ਪੰਜਾਬੀ ਦੇ ਵਿੱਚ ਸਾਰਾ ਕੰਮ ਕਰੋ ਤੇ ਉਹ ਗੱਲ ਜਿਹੜੀ ਅੰਗਰੇਜ਼ੀ ਭਾਸ਼ਾ ਦੇ ਵਿੱਚ ਕਹੀ ਜਾ ਰਹੀ ਹੈ। ਤੇ ਸਾਡੇ ਜਿਹੜੇ ਪੰਜਾਬੀ ਦੇ ਜਿਹੜੇ ਬਹੁਤੇ ਜਿਹੜੇ ਸ਼੍ਰੋਮਣੀ ਸਾਹਿਤਕਾਰ ਨੇ, ਕੋਈ ਅੱਜ ਗਾਇਕ ਬਣਨ ਨੂੰ ਫਿਰਦੇ ਪਏ ਨੇ ਜਾਂ ਆਪਣੇ ਆਪ ਨੂੰ ਪੰਜਾਬੀ ਦੇ ਠੇਕੇਦਾਰ ਕਹਾਉਂਦੇ ਨੇ, ਉਹ ਅੱਜ ਵਾਅਵਾ ਕਰਦੇ ਪਏ ਆ ਕਿ ਸਰਕਾਰ ਦਾ ਬੜਾ ਵੱਡਾ ਫੈਸਲਾ ਵਾ, ਪਰ ਕੀ ਇਸ ਮੁੱਦੇ ਦੇ ਉੱਪਰ ਉਹਨਾਂ ਦੀ ਨਜ਼ਰ ਕਿਉਂ ਨਹੀਂ ਜਾਂਦੀ ਕਿ ਇੱਕ ਕੁਰਸੀਆਂ ਲੈਣ ਤੱਕ, ਇੱਕ ਕੈਬਨਿਟ ਰੈਂਕ ਲੈਣ ਤੱਕ ਹੀ ਇਹ ਗੱਲਾਂ ਉਹਨਾਂ ਦੀਆਂ ਮਤਲਬ ਆਪਾਂ ਕਹਿ ਲਈਏ ਕਿ ਸੀਮਤ ਨੇ? ਬਿਲਕੁਲ। ਹੁਣ ਜਿਨ੍ਹਾਂ ਦੀ ਕੈਬਨਿਟ ਰੈਂਕ ਦਿੱਤਾ ਹੈ, ਜੀ ਹੁਣ ਉਹ ਕਵਿਤਾਵਾਂ ਜਦੋਂ ਪਹਿਲਾਂ ਲਿਖੀਆਂ ਉਹਦੇ ਵਿੱਚ ਬੜਾ ਕੁਝ ਲਿਖਿਆ। ਜੀ ਮੇਰੇ ਸਕੂਲਾਂ ਦੇ ਵਿੱਚ ਪੰਜਾਬੀ ਨਹੀਂ ਬੋਲਣ ਦਿੱਤੀ, ਸਜ਼ਾਵਾਂ ਦਿੱਤੀਆਂ ਜਾਂਦੀਆਂ ਨੇ। ਜੀ ਜੀ ਇਹ ਹੈ ਦਰਖਤ ਰੁੱਖ ਬਣ ਕੇ ਜਿਹੜੇ ਲੋਕ ਅਦਾਲਤਾਂ 'ਚ ਖੜੇ ਨੇ, ਜੀ ਬੜਾ ਕੁਝ ਲਿਖਿਆ। ਹਾਂਜੀ ਉਹਦੇ ਨਾਂ ਤੇ ਹੀ ਕਲਾ ਪਰਿਸ਼ਦ 'ਚ ਗਏ, ਚੇਅਰਮੈਨੀ ਮਿਲੀ, ਜੀ ਉਹਦੇ ਨਾਂ ਤੇ ਹੁਣ ਕੈਬਨਿਟ ਰੈਂਕ ਮਿਲਦੇ ਨੇ। ਜੀ ਪਰ ਭਾਈ ਕਵਿਤਾਵਾਂ ਲਿਖਣ ਨਾਲ ਤਾਂ ਨਾ ਤਾਂ ਕੋਈ ਕ੍ਰਾਂਤੀ ਆਉਂਦੀ ਹੈ, ਜੀ ਜਿੰਨਾ ਚਿਰ ਜ਼ਮੀਨੀ ਪੱਧਰ ਤੇ ਕੰਮ ਨਹੀਂ ਹੁੰਦਾ। ਹੁਣ ਜ਼ਮੀਨੀ ਪੱਧਰ ਤੇ ਕੰਮ ਦੇ ਵਿੱਚ ਇਹ ਜ਼ਰੂਰੀ ਆ ਵੀ ਜਿਹੜੀ ਵੀ ਤੁਸੀਂ ਕੋਈ ਯੋਜਨਾ ਹੈ ਉਹ ਬਣਾਓ, ਜੀ ਕਰੋ ਚੱਲੋ, ਕਵਿਤਾਵਾਂ ਵੀ ਗਵਾਈ ਚੱਲੋ, ਗੀਤ ਵੀ ਆਪਣੀਆਂ ਗਜ਼ਲਾਂ ਵੀ ਗਵਾਈ ਚੱਲੋ, ਕੋਈ ਸਾਹਿਤਕ ਪ੍ਰੋਗਰਾਮ ਵੀ ਕਰੀ ਚੱਲੋ, ਰੂਬਰੂ ਵੀ ਕਰੀ ਚੱਲੋ, ਸਾਰਾ ਕੁਝ ਕਰੋ। ਜੀ ਪਰ ਸਰਕਾਰ ਨੇ ਤੁਹਾਨੂੰ ਮੌਕਾ ਦਿੱਤਾ, 3-3 ਕਰੋੜ ਦਾ ਬਜਟ ਦਿੱਤਾ ਹੈ, ਕੈਬਨਿਟ ਰੈਂਕ ਦਿੱਤਾ ਹੈ ਜੀ ਜੀ ਕਿ ਪੰਜਾਬੀ ਦੀ ਸਮੱਸਿਆ ਵੀ ਅੱਗੇ ਲਿਖੋ। ਜੀ ਇਹ ਕਲਾ ਪਰਿਸ਼ਦ 'ਚ ਇੱਕ ਵਾਰ ਮੀਟਿੰਗ ਹੋਈ ਸੀ ਸਾਡੇ ਦਬਾਅ ਹੇਠ, ਸਾਨੂੰ ਬੁਲਾਇਆ ਗਿਆ ਸੀ, ਮੈਂ ਗਿਆ ਸੀ।
ਜੀ ਮੈਂ ਦੱਸਿਆ ਸੀਗਾ ਸਾਰੀ ਮੀਟਿੰਗ 'ਚ ਪਾਤਰ ਸਾਹਿਬ ਨੂੰ ਜੀ ਵੀ ਜਿਹੜੇ ਤੁਹਾਡੇ ਬਿਜਲੀ ਦੇ ਬਿੱਲ ਹੈ ਇਹ ਇਕੱਲੇ ਅੰਗਰੇਜ਼ੀ 'ਚ ਆਉਂਦੇ ਨੇ। ਜੀ ਤੁਹਾਡਾ ਜਿਹੜਾ ਪੰਜਾਬ ਪਬਲਿਕ ਸਰਵਿਸ ਕਮਿਸ਼ਨ ਹੈ ਜੀ ਇਹ ਛੋਟੀਆਂ ਛੋਟੀਆਂ ਪੋਸਟਾਂ ਲਈ ਜਿਹੜਾ ਇਮਤਿਹਾਨ ਲੈਂਦਾ ਹੈ। ਜੀ ਜਿਵੇਂ ਹੈਡਮਾਸਟਰਾਂ ਦੀ ਉਦੋਂ ਭਰਤੀ ਹੋਈ ਸੀ, ਜੀ ਹੈਡਮਾਸਟਰ ਪ੍ਰਾਇਮਰੀ ਸਕੂਲਾਂ ਦੇ ਹੈਡਮਾਸਟਰ ਹੈ, ਜੀ ਉਹਨਾਂ ਨੇ ਕਿਹੜੀ ਅੰਗਰੇਜ਼ੀ ਉਹਨਾਂ ਨੂੰ ਲੋੜ ਹੈ ਪਿੰਡਾਂ ਦੇ ਸਕੂਲਾਂ 'ਚ ਜੀ ਪੜ੍ਹਾਉਣਾ ਜੀ ਹੈ। ਉਹਨਾਂ ਦਾ ਜਿਹੜਾ ਇਮਤਿਹਾਨ ਹੈ ਅੰਗਰੇਜ਼ੀ 'ਚ ਹੋਇਆ। ਜਿਹੜਾ ਬਿਜਲੀ ਬੋਰਡ ਨੇ ਇਮਤਿਹਾਨ ਲੈਂਦਾ ਹੈ ਉਹਦੇ ਲਾਈਨਮੈਨ, ਛੋਟੇ ਲਾਈਨਮੈਨਾਂ ਨੂੰ ਛੱਡ ਕੇ ਜੇ ਜੇਈ ਦੀ ਪੋਸਟ ਹੈ, ਕੋਈ ਅਕਾਊਂਟੈਂਟ ਦੀ ਪੋਸਟ ਹੈ, ਉਹਦਾ ਇਮਤਿਹਾਨ ਕੱਲੀ ਅੰਗਰੇਜ਼ੀ 'ਚ ਹੁੰਦਾ ਹੈ। ਜੀ ਹੁਣ ਬੱਚੇ ਕਹਿੰਦੇ ਨੇ ਸਾਨੂੰ ਬਾਅਦ ਚ ਆ ਕੇ, ਕਿਉਂਕਿ ਥੋੜੀ ਜਿਹੀ ਆਪਾਂ ਸੰਸਥਾ ਚਲਾਈ ਹੈ, ਜੀ ਲੋਕਾਂ ਦੀ ਆਵਾਜ਼ ਉਠਾਉਣੇ ਆ, ਉਹ ਕਹਿੰਦੇ ਨੇ ਵੀ ਸਾਨੂੰ ਸਵਾਲ ਤਾਂ ਆਉਂਦੇ ਸੀ ਹੂੰ ਪਰ ਅੰਗਰੇਜ਼ੀ ਨਾ ਆਉਣ ਕਰਕੇ ਸਮਝ ਨਹੀਂ ਆਏ। ਜੀ ਜੀ ਹੁਣ ਤੁਸੀਂ ਘੱਟੋ ਘੱਟ ਇਹਦਾ ਨੈਟ ਤੇ ਹੈ, ਮੈਂ ਸਰਚ ਕੀਤੀ ਹੈ, ਬਹੁਤ ਸਾਰੀਆਂ ਜਿਹੜੀਆਂ ਸਟੇਟਾਂ ਦੇ ਪਬਲਿਕ ਸਰਵਿਸ ਕਮਿਸ਼ਨ ਹੈ ਉਹ ਅੰਗਰੇਜ਼ੀ 'ਚ ਵੀ ਇਮਤਿਹਾਨ ਲੈਂਦੇ ਆ, ਪਰ ਨਾਲ ਹੀ ਪੰਜਾਬੀ 'ਚ ਵੀ ਥੱਲੇ ਪਾਇਆ ਹੁੰਦਾ ਉਹਨਾਂ ਦੀ ਰੀਜਨਲ ਭਾਸ਼ਾ 'ਚ। ਜੋ ਹਾਂਜੀ ਜਿਹੜੀ ਸੂਬੇ ਦੀ ਭਾਸ਼ਾ ਹੈ। ਹਾਂ, ਥੱਲੇ ਪੰਜਾਬੀ 'ਚ ਹੋਊਗਾ ਆਪਣੇ ਪੰਜਾਬ 'ਚ। ਉਹ ਜੀ ਜਿਹੜਾ ਜੀ ਕਰਦਾ ਉਹ ਪੰਜਾਬੀ ਵਾਲੇ ਦਾ ਜਵਾਬ ਦੇ ਦੇ, ਅੰਗਰੇਜ਼ੀ ਵਾਲੇ ਦਾ ਜੀ ਜਵਾਬ ਜੀ ਦੇ ਦੇ। ਸਾਡੇ ਆਖਰੀ ਕਹਿੰਦੇ ਹਾਂਜੀ ਆਖਰੀ ਸਵਾਲ ਸਰ ਮੈਂ ਤੁਹਾਡੇ ਕੋਲੋਂ ਪੁੱਛਣਾ ਚਾਹਾਂਗਾ ਕਿ ਪੰਜਾਬੀ ਭਾਸ਼ਾ ਦੇ ਉੱਪਰ ਇੱਕ ਦੋਸ਼ ਲਾ ਦਿੱਤਾ ਜਾਂਦਾ ਵਾ ਸਾਡੇ ਦੁਆਰਾ, ਆਮ ਲੋਕਾਂ ਦੁਆਰਾ, ਕਿ ਪੰਜਾਬੀ ਜਿਹੜੀ ਹੈ ਰੁਜ਼ਗਾਰ ਦੀ ਭਾਸ਼ਾ ਨਹੀਂ ਹੈ। ਇਹ ਦੋਸ਼ ਕਿੰਨਾ ਕਿ ਤੁਹਾਨੂੰ ਠੀਕ ਲੱਗਦਾ ਪਿਆ? ਬਿਲਕੁਲ ਦੋਸ਼ ਨਹੀਂ ਹੈ, ਇਹੀ ਅਸਲੀ ਸਮੱਸਿਆ ਹੈ। ਜਿਹੜੀ ਜੀ ਅਸਲੀ ਜਿਹੜੇ ਦੋਸ਼ ਲਾਉਂਦੇ ਆ ਉਹ ਜੀ ਤਾਂ ਪੰਜਾਬੀ ਦੀ ਸਥਿਤੀ ਬਾਰੇ ਪੜ੍ਹਦੇ ਹੀ ਨਹੀਂ। ਉਹਦਾ ਜੀ ਕੀ ਕਹਿੰਦੇ ਨੇ, ਨੇਮ ਪਲੇਟਾਂ ਪੰਜਾਬੀ ਚ ਲਾਓ, ਜੀ ਜੀ ਜਿਹੜੇ ਦੁਕਾਨ ਦੇ ਵਿੱਚ ਬੋਰਡ ਨੇ ਉਹ ਪੰਜਾਬੀ ਚ ਲੱਗਣ, ਜੀ ਤੇ ਜੀ ਜੇ ਪੰਜਾਬੀ ਚ ਨਹੀਂ ਲੱਗੇ ਉਹਦੀ ਚੀਜ਼ ਖਰੀਦਣ ਨਾ ਜਾਓ। ਜੀ ਜੀ ਚੌਂਕਾਂ ਦੇ ਵਿੱਚ ਬੋਰਡ ਲਾ ਦਿਓ, ਇਹੋ ਜਿਹੇ ਸੁਝਾਅ ਦਿੰਦੇ ਆ ਜਿਹੜੇ ਜੀ ਸਤਹੀ ਸੁਧਾਰ ਨੇ, ਹਾਂਜੀ ਜਿਨ੍ਹਾਂ ਦੇ ਨਾਲ ਕੋਈ ਪੰਜਾਬੀ ਦਾ ਵਿਕਾਸ ਨਹੀਂ ਹੋਣ ਲੱਗਿਆ। ਜੀ ਜੀ ਪੰਜਾਬੀ ਦਾ ਵਿਕਾਸ ਤਾਂ ਹੋਣਾ ਹੈ ਜੇ ਇਹਨੂੰ ਅਸੀਂ ਰੁਜ਼ਗਾਰ ਦੀ ਭਾਸ਼ਾ ਬਣਾਵਾਂਗੇ। ਹਾਂਜੀ ਉਹ ਰੁਜ਼ਗਾਰ ਦੀ ਭਾਸ਼ਾ ਲਈ ਤੁਹਾਡਾ ਸਮਾਂ, ਤੁਸੀਂ ਆਖਰੀ ਸਵਾਲ ਕਿਹਾ ਹੈ, ਹਾਂਜੀ ਆਪਾਂ ਸ਼ਾਰਟ ਤੇ ਦੋ ਗੱਲਾਂ ਕਰਦੇ ਹਾਂ। ਹਾਂ ਹਾਂਜੀ ਹੁਣ ਹਾਂਜੀ ਮੈਂ ਪਹਿਲੇ ਗੱਲ ਕਰੀ ਵੀ 5 ਨਵੰਬਰ 2008 ਤੋਂ ਜੀ ਜਿਹੜੀਆਂ ਜ਼ਿਲ੍ਹਾ ਅਦਾਲਤਾਂ ਨੇ ਇਹਦੇ ਵਿੱਚ ਪੰਜਾਬੀ ਦੀ ਵਿਵਸਥਾ ਲਾਗੂ ਹੈ। ਜੀ ਹਾਈ ਕੋਰਟ ਕਹਿ ਰਿਹਾ ਹੈ ਵੀ ਅਸੀਂ ਪੰਜਾਬੀ ਵਿਵਸਥਾ ਲਾਗੂ ਕਰਨ ਨੂੰ ਤਿਆਰ ਆ, ਪਰ ਸਾਨੂੰ ਪੰਜਾਬੀ ਪੜ੍ਹੇ ਹੋਏ, ਪੰਜਾਬੀ ਦੇ ਐਕਸਪਰਟ ਮੁਲਾਜ਼ਮ ਦਿਓ। ਜੀ ਹੁਣ ਮੁਲਾਜ਼ਮ ਕਿਹੜੇ ਮੰਗ ਰਹੇ ਆ? ਇੱਕ ਜਿਹੜੀਆਂ ਛੋਟੀਆਂ ਅਦਾਲਤਾਂ ਮੈਜਿਸਟ੍ਰੇਟ ਲੈਵਲ ਦੀਆਂ, ਉਹਨਾਂ ਲਈ ਕਹਿੰਦੇ ਸਾਨੂੰ ਜਿਹੜੇ ਸਟੈਨੋਗ੍ਰਾਫਰ ਹੈ ਪੰਜਾਬੀ ਦੀ ਟਾਈਪ ਕਰਨਗੇ ਉਹ ਸੈਕੰਡ ਗ੍ਰੇਡ ਦਿਓ। ਜੀ ਜਿਹੜੀਆਂ ਸੈਸ਼ਨ ਅਦਾਲਤਾਂ ਨੇ ਉਹਦੇ ਲਈ ਸਿਆਣੇ ਸੀਨੀਅਰ ਏ ਗ੍ਰੇਡ ਸਟੈਨੋਗ੍ਰਾਫਰ ਦਿਓ। ਜੀ ਫਿਰ ਇੱਕ ਗੱਲ ਤੁਹਾਨੂੰ ਦੱਸੀਏ ਵੀ ਇੱਕ ਪੰਜਾਬੀ ਲਾਗੂ ਹੋਣ ਦਾ ਮਤਲਬ ਇਹ ਨਹੀਂ ਹੁੰਦਾ ਵੀ ਫੈਸਲੇ ਜਿਹੜੇ ਜੱਜ ਲਿਖਣਗੇ ਉਹ ਕੱਲੀ ਅੰਗਰੇਜ਼ੀ 'ਚ ਲਿਖਣਗੇ, ਪੰਜਾਬੀ 'ਚ ਲਿਖਣਗੇ। ਜੀ ਉਹ ਪੰਜਾਬੀ ਦੇ ਨਾਲ ਨਾਲ ਅੰਗਰੇਜ਼ੀ 'ਚ ਵੀ ਹੋਣਗੇ। ਜੀ ਜੱਜ ਦੀ ਮਰਜ਼ੀ ਹੋਊਗੀ ਗਲੇ ਪਹਿਲਾਂ ਪਹਿਲਾਂ ਵੀ ਉਹ ਪੰਜਾਬੀ 'ਚ ਲਿਖ ਲੇ ਜਾਂ ਅੰਗਰੇਜ਼ੀ 'ਚ ਲਿਖ ਲੇ। ਜੀ ਜੇ ਅੰਗਰੇਜ਼ੀ 'ਚ ਫੈਸਲਾ ਲਿਖਦਾ ਜੱਜ ਤਾਂ ਇੱਕ ਟਰਾਂਸਲੇਸ਼ਨ ਡਿਪਾਰਟਮੈਂਟ ਬਣੂਗਾ। ਉਹ ਟਰਾਂਸਲੇਸ਼ਨ ਡਿਪਾਰਟਮੈਂਟ ਉਹ ਅਨੁਵਾਦ ਕਰੂਗਾ, ਉਹ ਪੰਜਾਬੀ 'ਚ ਹੋ ਜੂ। ਜੇ ਜੱਜ ਪੰਜਾਬੀ 'ਚ ਲਿਖਦਾ ਹੈ ਤਾਂ ਉਹਦਾ ਅਨੁਵਾਦ ਅੰਗਰੇਜ਼ੀ 'ਚ ਹੁੰਦਾ ਹੈ। ਇਹ ਵਿਵਸਥਾ ਹੈ। ਤਾਂ ਅਨੁਵਾਦ ਕਰਨ ਲਈ ਅਨੁਵਾਦਕ ਚਾਹੀਦੇ ਨੇ। ਅਨੁਵਾਦਕ ਨੇ ਜਿਹੜੇ ਉਹ ਹਿੰਦੀ ਨਾ ਪੰਜਾਬੀ ਦੇ ਐਕਸਪਰਟ ਹੋਣ, ਨਾਲ ਅੰਗਰੇਜ਼ੀ ਦੇ ਹੋਣ। ਜੀ ਜਿਵੇਂ ਆਪਾਂ ਹੁਣ ਗੱਲ ਕਰਕੇ ਹਟੇ ਆ, ਜੀ ਜੀ ਕੋਰਸਪੋਂਡੈਂਸ ਲਿਖਤਾ, ਜੀ ਉਹਦਾ ਪੰਜਾਬੀ ਅਨੁਵਾਦ ਕਰਦੇ ਸਮੇਂ ਕੀ ਹੈ ਤੇ ਅੰਗਰੇਜ਼ੀ ਕੀ ਹੈ। ਇਹ ਗੱਲਾਂ ਲਈ ਉਹ ਕਹਿੰਦੇ ਨੇ ਟਰਾਂਸਲੇਟਰ ਦਿਓ। ਜੀ ਇੱਕ ਜੱਜਮੈਂਟ ਰਾਈਟਰ ਹੁੰਦੇ ਨੇ ਜੀ ਜਿਹੜੇ ਸਟੈਨੋਗ੍ਰਾਫਰ ਸੀਨੀਅਰ ਹੋ ਜਾਂਦੇ ਨੇ, ਉਹਨਾਂ ਨੂੰ ਜੱਜ ਨਾਲ ਇਕੱਲੇ ਫੈਸਲੇ ਲਿਖਣ ਲਈ ਲਾਇਆ ਜਾਂਦਾ ਹੈ। ਜੀ ਉਹਦਾ ਮਕਸਦ ਇਹ ਹੁੰਦਾ ਵੀ ਜੱਜ ਦਾ ਸਮਾਂ ਨਾ ਖਰਾਬ ਹੋਵੇ, ਜੀ ਉਹ ਜੱਜਮੈਂਟ ਲਿਖਾ ਦੇ ਤੇ ਸਟੈਨੋ ਟਾਈਪ ਕਰਨ ਦੀ ਗਲਤੀਆਂ ਘੱਟ ਹੋਣ, ਜੱਜ ਦਾ ਸਮਾਂ ਘੱਟ ਲੱਗੇ। ਜੀ ਇਹ ਪੋਸਟਾਂ ਨੇ, ਇਹ ਤਿੰਨੇ ਅੱਜ 2000 ਬਣਦੀ ਹੈ। ਜੀ 2009 ਤੋਂ ਲੈ ਕੇ ਅੱਜ ਤੱਕ ਹਾਈ ਕੋਰਟ ਪੰਜਾਬ ਸਰਕਾਰ ਨੂੰ ਵਾਰ-ਵਾਰ ਚਿੱਠੀਆਂ ਲਿਖ ਰਿਹਾ ਹੈ ਵੀ ਸਾਨੂੰ ਇਹ ਪੰਜਾਬੀ ਪੜ੍ਹੇ ਬੰਦੇ ਦਿਓ, ਅਸੀਂ ਪੰਜਾਬੀ ਲਾਗੂ ਕਰੀਏ। ਜੀ ਪੰਜਾਬ ਸਰਕਾਰ ਆਨੇ ਬਹਾਨੇ ਟਾਲੀ ਜਾਂਦੀ ਹੈ। ਠੀਕ ਹੈ ਪਹਿਲੀ ਗੱਲ ਤਾਂ 2000 ਸਿੱਧਾ ਹੀ ਪੜ੍ਹਿਆ ਹੋਇਆ ਪੰਜਾਬੀ ਵਾਲਿਆਂ ਨੂੰ ਮਿਲੂ। ਜੀ ਫਿਰ ਜਦੋਂ ਅਦਾਲਤ ਜੇ ਲਾਗੂ ਹੁੰਦੀ ਹੈ ਵਿਵਸਥਾ, ਮੈਂ 40 ਸਾਲ ਤੋਂ ਵਕਾਲਤ ਦੇ ਨਾਲ ਜੁੜਿਆ ਹੋਇਆ, ਜੀ ਘੱਟੋ ਘੱਟ 1 ਲੱਖ ਹੋਰ ਜਿਹੜਾ ਪੰਜਾਬੀ ਪੜ੍ਹਿਆ ਉਹਨੂੰ ਰੁਜ਼ਗਾਰ ਮਿਲਦਾ ਜੀ। ਸਿੱਧੇ ਤੌਰ ਤੇ 6 ਮਹੀਨਿਆਂ 'ਚ। ਵਕੀਲਾਂ ਨੂੰ ਚਾਹੀਦੇ ਆ, ਅਨੁਵਾਦਕ ਚਾਹੀਦੇ ਆ, ਸੌਫਟਵੇਅਰ ਚਾਹੀਦੇ ਆ, ਜੀ ਉਹਨਾਂ ਨੂੰ ਦਸਤਾਵੇਜ਼ ਹੈ ਉਹਨਾਂ ਨੂੰ ਪੰਜਾਬੀ 'ਚ ਕਰਨ ਲਈ ਸਾਧਨ ਚਾਹੀਦੇ ਹੈ। ਜਦੋਂ ਵਧੀਆ ਨੌਕਰੀਆਂ ਮਿਲਣਗੀਆਂ
ਫਿਰ ਕਾਲਜਾਂ 'ਚ ਐਡਮਿਸ਼ਨ ਵਧੂਗੀ, ਫਿਰ ਟਰਾਂਸਲੇਸ਼ਨ ਦੇ ਕੋਰਸ ਖੁੱਲਣਗੇ, ਸੌਫਟਵੇਅਰ ਆਉਣਗੇ। 1 ਲੱਖ ਬੰਦੇ ਨੂੰ ਰੁਜ਼ਗਾਰ ਸਿੱਧਾ ਫੌਰੀ ਮਿਲਦਾ ਹੈ, ਔਰ ਫਿਰ ਲਗਾਤਾਰ ਰੁਜ਼ਗਾਰ ਹੈ ਜਿਹੜਾ ਉਹ ਮਿਲਦਾ ਰਹਿਣਾ ਹੈ। ਏਦਾਂ ਰੁਜ਼ਗਾਰ ਦੀਆਂ ਭਾਸ਼ਾਵਾਂ ਮਿੱਤਰੋ ਜੀ ਬਣਾਉਣੀ ਪਊਗੀ, ਨਾ ਕਿ ਨੇਮ ਪਲੇਟ ਲਿਖਣ ਨਾਲ ਕੀ ਫਰਕ ਪੈਂਦਾ ਜੀ ਹੈ। ਜੀ ਮਤਲਬ ਆਪਾਂ ਕੁੱਲ ਖੁਦ ਮਿਲਾ ਕੇ ਆਪਾਂ ਗੱਲ ਕਰੀਏ ਕਿ ਜਿਹੜੀਆਂ ਸਰਕਾਰਾਂ ਨੇ, ਸਰਕਾਰ ਚਾਹੇ ਕਿਸੇ ਵੀ ਪਾਰਟੀ ਦੀ ਹੋਵੇ, ਉਹ ਪੰਜਾਬੀ ਭਾਸ਼ਾ ਦੇ ਪ੍ਰਤੀ ਗੰਭੀਰਤਾ ਨਹੀਂ ਦਿਖਾ ਰਹੀ, ਹਾਈ ਕੋਰਟ ਦੇ ਬਾਰ-ਬਾਰ ਕਹਿਣ ਦੇ ਬਾਵਜੂਦ ਵੀ। ਬਿਲਕੁਲ ਇਹੀ ਤੱਕ ਮਸਲੇ ਨੇ ਜਿਨ੍ਹਾਂ ਨੇ, ਜੀ ਜਦੋਂ ਇਹ ਸੋਧਾਂ ਦੀ ਗੱਲ ਚੱਲੀ, ਜੀ ਕਈ ਗਏ ਹੋਣੇ ਆ ਮੁੱਖ ਮੰਤਰੀ ਕੋਲੇ, ਪੱਤਰਕਾਰ ਮਿਲ ਜਾਂ ਜਿਹੜੇ ਸਾਡੇ ਸਾਹਿਤਕਾਰ ਨੇ ਜਿਨ੍ਹਾਂ ਦੀ ਦਰਬਾਰੇ ਸਰਕਾਰੀ ਪਹੁੰਚ ਹੈ, ਜੀ ਜੀ ਉਹਨਾਂ ਨੇ ਆਪਣੀਆਂ ਬੜੀਆਂ ਫੋਟੋਆਂ ਛਪਾਈਆਂ ਜੀ ਵੀ ਅਸੀਂ ਇਹ ਸੁਝਾਅ ਦੇ ਕੇ ਆਏ ਸੀ। ਉਹਦੇ ਮੁਤਾਬਕ ਸਰਕਾਰ ਨੇ ਸਾਡੇ ਸੁਝਾਅ ਮੰਨ ਕੇ ਇਹ ਇਤਿਹਾਸਕ ਫੈਸਲੇ ਕੀਤੇ। ਜੀ ਜੀ ਮੈਂ ਉਹਨਾਂ ਥੱਲੇ ਇਤਿਹਾਸਕ ਫੈਸਲੇ ਲਿਖਣ ਵਾਲਿਆਂ ਦੇ ਟਿੱਪਣੀ ਕੀਤੀ ਸੀ ਵੀ ਇਹ ਇਤਿਹਾਸ ਤਾਂ ਪਹਿਲਾਂ ਹੀ ਹੈਗਾ, ਰਾਜ ਭਾਸ਼ਾ ਐਕਟ ਵੀ ਪਹਿਲਾਂ ਹੈ, ਉਹਦੇ 'ਚ ਜੀ ਸਜ਼ਾ ਜੀ ਦਾ ਵੀ ਵਿਵਸਥਾ ਹੈ। ਜੀ ਕਾਨੂੰਨ ਜਿਹੜਾ ਆਪਾਂ ਹੁਣ ਕਾਫੀ ਡਿਟੇਲ 'ਚ ਗੱਲ ਕੀਤੀ ਹੈ, ਲਰਨਿੰਗ ਆਫ ਪੰਜਾਬੀ ਵਾਲੀ, ਜੀ ਇਹਦੇ 'ਚ ਵੀ ਹੈਗੀ। ਇਤਿਹਾਸ ਤਾਂ ਸਿਰਜਿਆ ਜਾਂਦਾ ਕੋਈ ਨਵਾਂ ਕਾਨੂੰਨ ਬਣਦਾ, ਇਤਿਹਾਸ ਤਾਂ ਹੈਗਾ, ਥੋੜੀਆਂ ਜਿਹੀਆਂ ਸੋਧਾਂ ਹੋਈਆਂ, ਜੀ ਔਰ ਜੀ ਉਹ ਸੋਧਾਂ ਦਾ ਕੋਈ ਸਿੱਟਾ ਨਹੀਂ ਨਿਕਲਣਾ। ਜੀ ਮੇਰੀ ਗੱਲ ਮੰਨ ਲਓ, ਜੀ ਕਿਉਂਕਿ ਨਾ ਤਾਂ 11 ਸਾਲ ਹੋ ਗਏ ਕਾਨੂੰਨ ਬਣੇ ਨੂੰ, ਰਾਜ ਭਾਸ਼ਾ ਐਕਟ 'ਚ ਕਿਸੇ ਨੂੰ ਸਜ਼ਾ ਲਈ ਰਿਕਮੈਂਡ ਨਹੀਂ ਕੀਤਾ, ਜੀ ਕਦੇ ਡਾਇਰੈਕਟਰ ਭਾਸ਼ਾ ਵਿਭਾਗ ਨੇ ਜੀ ਸਿਫਾਰਿਸ਼ ਨਹੀਂ ਕੀਤੀ, ਜੀ ਜੀ ਨਾ ਕਦੇ ਕਿਸੇ ਡੀਓ ਨੇ ਕਿਸੇ ਪ੍ਰਾਈਵੇਟ ਸਕੂਲ ਦੇ ਵਿੱਚ ਸਜ਼ਾ ਦੇਣ ਲਈ ਰਿਕਮੈਂਡ ਕੀਤਾ ਹੈ। ਔਰ ਅਸੀਂ ਰੋਂਦੇ ਆ ਵੀ ਇੱਕ ਵੀ ਸਕੂਲ ਪੰਜਾਬੀ ਨਹੀਂ ਪੜ੍ਹਾਉਂਦਾ। ਜੇ 11 ਸਾਲ 'ਚ ਸਜ਼ਾ ਨਹੀਂ ਹੋਈ ਤਾਂ ਹੁਣ 2 ਲੱਖ ਨਾਲ ਕਿੰਨੀ ਕੁ ਸਜ਼ਾ ਜੀ ਜੀ ਹੋ ਜੂਗੀ। ਇਹ ਐਵੇਂ ਅੱਖਾਂ ਪੂੰਝ ਵਿਵਸਥਾਵਾਂ ਨੇ। ਅਸੀਂ ਥੱਲੇ ਟਿੱਪਣੀਆਂ ਲਿਖੀਆਂ ਸੀ ਵੀ ਜੇ ਭਾਈ ਤੁਹਾਡੀ ਚੀਫ ਮਿਨਿਸਟਰ ਸਾਹਿਬ ਇੰਨੀ ਸੁਣਦੇ ਨੇ, ਤੁਸੀਂ ਉਹ ਉਹਨਾਂ ਨੂੰ ਪੰਜਾਬੀ ਲਈ ਸੋਧਾਂ ਲਈ ਮਨਾ ਲਿਆ, ਭਾਵੇਂ ਇਹ 2000 ਮੁਲਾਜ਼ਮ ਭਰਤੀ ਕਰਾ ਦਿਓ, ਲੋਕਾਂ ਨੂੰ ਇਨਸਾਫ ਆਪਣੀ ਮਾਂ ਬੋਲੀ 'ਚ ਮਿਲਣ ਲੱਗ ਜੇ, ਲੱਖਾਂ ਬੱਚਿਆਂ ਨੂੰ ਰੁਜ਼ਗਾਰ ਮਿਲ ਜੇ, ਇਦਾਂ ਦੀਆਂ ਵਿਵਸਥਾਵਾਂ ਕਰਾਓ। ਕਹਿੰਦੇ ਜੀ ਇਹਦੇ ਲਈ ਹੋਰ ਸੰਘਰਸ਼ ਕਰਨਾ ਪੈਣਾ ਹੈ। ਜੀ ਵੀ ਜਿਹੜਾ ਸੰਘਰਸ਼ ਕੀਤਾ ਸੀ ਉਹਦਾ ਕੀ ਸਿੱਟਾ ਹੈ, ਅਗਲੇ ਸੰਘਰਸ਼ ਦਾ ਹੋਰ ਸੰਘਰਸ਼ ਕਰੀ ਚੱਲੋ। ਇਸ ਕੇ ਨਾ ਇਹ ਅਸਲੀ ਸਮੱਸਿਆਵਾਂ ਸਾਨੂੰ ਜਿਹੜੇ ਅਸੀਂ ਲੱਗੇ ਹੋਏ ਆ ਮਾਂ ਬੋਲੀ ਪੰਜਾਬੀ ਦੇ ਵਿਕਾਸ 'ਚ ਕਾਰਜਸ਼ੀਲ ਆ, ਉਹਨਾਂ ਨੂੰ ਬੋਲੀ ਦੀਆਂ ਅਸਲੀ ਸਮੱਸਿਆਵਾਂ ਸਮਝਣੀਆਂ ਪੈਣਗੀਆਂ। ਜੀ ਫਿਰ ਉਹਦੇ ਲਈ ਪ੍ਰਪੋਜ਼ਲਾਂ ਬਣਾ ਕੇ ਸਰਕਾਰ ਨੂੰ ਦੇਣੀਆਂ ਪੈਣਗੀਆਂ, ਦੇਣੀਆਂ ਚਾਹੀਦੀਆਂ। ਯੂਨੀਵਰਸਿਟੀਆਂ 'ਚ ਨੀਤੀਆਂ ਬਣਨ, ਜੀ ਜਿਹੜੀਆਂ ਸਭਾਵਾਂ ਨੇ, ਅਕੈਡਮੀਆਂ ਨੇ, ਉਹ ਬਣਾਉਣ, ਬੁੱਧੀਜੀਵੀ ਆਪਣੇ ਤੌਰ ਤੇ ਬਣਾਉਣ, ਫਿਰ ਸਰਕਾਰ ਲਾਗੂ ਕਰਦੀ ਹੁੰਦੀ ਹੈ। ਇਹ ਟੁੱਟੀਆਂ ਫੁੱਟੀਆਂ ਜੀਆਂ ਵੀ ਸਜ਼ਾ ਮਤਲਬ ਵਧਾ ਦਿਓ, ਸਾਰੇ ਵਰਗਾਂ ਨੂੰ ਸਜ਼ਾ ਰਲ ਦਾ ਕੇ ਚੱਲਣਾ ਪਏਗਾ। ਚੱਲਣਾ। ਤੁਸੀਂ ਹੁਣ ਜਾਣਦੇ ਹੋ ਕਾਨੂੰਨ ਨੂੰ ਵੀ ਜੀ ਜਿਹੜੀ ਇੰਡੀਅਨ ਪੀਨਲ ਕੋਡ ਹੈ, ਇਹਨੂੰ 150 ਸਾਲ ਹੋ ਗਿਆ ਜੀ ਬਣੀ ਨੂੰ। ਇਹਦੇ ਵਿੱਚ ਕਤਲ ਦੀ ਵਿਵਸਥਾ ਲਈ ਫਾਂਸੀ ਤੱਕ ਦੀ ਸਜ਼ਾ ਹੈ, ਔਰ ਕਦੇ 20-30 ਸਾਲਾਂ 'ਚ ਇੱਕ ਅੱਧੀ ਫਾਂਸੀ ਹੁੰਦੀ ਹੈ। ਜੀ ਫਿਰ ਕਾਨੂੰਨ ਤਾਂ ਹੈਗਾ, ਸਖਤ ਕਾਨੂੰਨ ਹੈ, ਫਾਂਸੀ ਨਾਲੋਂ ਵੱਡਾ ਸਜ਼ਾ ਕੋਈ ਨਹੀਂ, ਲਾਗੂ ਨਹੀਂ ਹੁੰਦੀ ਕਿਉਂਕਿ ਕਾਨੂੰਨ ਬਣਦੇ ਨਹੀਂ, ਉਹਦੀ ਇੰਪਲੀਮੈਂਟੇਸ਼ਨ ਸਹੀ ਨਹੀਂ ਹੁੰਦੀ। ਸਜ਼ਾਵਾਂ ਨਾਲ ਕਦੇ ਸਮੱਸਿਆਵਾਂ ਹੱਲ ਨਹੀਂ ਹੁੰਦੀਆਂ। ਹਾਂ ਹੱਲ ਉਹਨਾਂ ਦੇ ਅਸਲੀ ਜੜ੍ਹਾਂ ਨੂੰ ਫਰੋਲ ਕੇ, ਉਹਨਾਂ ਦੇ ਵਿੱਚ ਦਵਾਈ ਬੂਟੀ ਪਾ ਕੇ, ਜਿਵੇਂ ਰੁਜ਼ਗਾਰ ਦੀ ਭਾਸ਼ਾ, ਜਿੰਨਾ ਚਿਰ ਪੰਜਾਬੀ ਨਹੀਂ ਬਣਦੀ ਤੁਸੀਂ ਜ਼ੋਰ ਲਾ ਲਿਓ, ਇਹਨੇ ਮਰਨਾ ਹੀ ਹੈ। ਜੀ ਕਿਉਂਕਿ ਅਸੀਂ 2 ਲੱਖ 2% 1 ਸਕਿੰਟ ਗੱਲ ਯਾਦ ਆ ਗਈ, ਆਪਾਂ 2.5% ਆ ਸਾਰੇ ਹਿੰਦੁਸਤਾਨ ਦੀ ਆਬਾਦੀ 'ਚ। ਜੀ ਜੇ ਪੰਜਾਬ ਦੇ ਵਿੱਚ ਹੀ ਰੁਜ਼ਗਾਰ ਨਹੀਂ ਸਾਨੂੰ ਮਿਲਦਾ, ਬਾਹਰ ਤਾਂ ਮਿਲਣਾ ਹੀ ਨਹੀਂ ਹੈਗਾ ਪੰਜਾਬੀ ਵਾਲਿਆਂ ਨੂੰ, ਕਿਉਂਕਿ ਹਿੰਦੀ 'ਚ ਹਿੰਦੀ, ਅੰਗਰੇਜ਼ੀ। ਜੇ ਰੁਜ਼ਗਾਰ ਲੈਣਾ ਤਾਂ ਸਾਨੂੰ ਹਿੰਦੀ ਪੜ੍ਹਨੀ ਪਊ, ਜੀ ਜੇ ਇੰਟਰਨੈਸ਼ਨਲੀ ਜਾਣਾ ਤਾਂ ਸਾਨੂੰ ਅੰਗਰੇਜ਼ੀ ਪੜ੍ਹਨੀ ਪਊ। ਪੰਜਾਬੀ ਲਈ ਰੁਜ਼ਗਾਰ ਪੰਜਾਬ 'ਚ ਧੱਕਤਾ, ਮਤਲਬ ਪੁਲਿਸ ਵਾਲਿਆਂ ਦੀ ਭਰਤੀ ਹੋਈ ਹੈ, ਕੋਈ ਰੌਲਾ ਪਈ ਜਾਂਦਾ ਵੀ ਇੰਨੀ ਸਿਕਿਉਰਿਟੀ ਵਾਲੀ ਜੋਬ ਹੈ, ਚੀਫ ਮਿਨਿਸਟਰ ਦੀ ਸਿਕਿਉਰਿਟੀ 'ਚ ਵੀ ਬਾਹਰੋਂ ਬੰਦੇ ਆ ਗਏ। ਤੁਸੀਂ ਬੈਂਕ 'ਚ ਜਾਓ, ਤੁਸੀਂ ਇਨਕਮ ਟੈਕਸ ਦੇ ਦਫ਼ਤਰ ਜਾਓ, ਤੁਹਾਨੂੰ ਹਿੰਦੀ ਵਾਲੇ ਮਿਲਣਗੇ, ਕਿਉਂਕਿ ਕੰਪੀਟੀਸ਼ਨਾਂ ਦੇ ਵਿੱਚ ਹਿੰਦੀ ਔਰ ਅੰਗਰੇਜ਼ੀ ਹੈ। ਜੀ ਹਿੰਦੀ ਉਹਨਾਂ ਦੀ ਮਾਤ ਭਾਸ਼ਾ ਹੈ। ਜੀ 6 ਵੱਡੇ ਸੂਬਿਆਂ ਦੀ ਘੱਟੋ ਘੱਟ, ਰਾਜਸਥਾਨ, ਉੱਤਰ ਪ੍ਰਦੇਸ਼, ਮਹਾਰਾਸ਼ਟਰ, ਬਿਹਾਰ, ਹਿਮਾਚਲ ਤੇ ਹਰਿਆਣਾ, ਜੀ ਇਹਨਾਂ ਨੂੰ ਤਾਂ ਬੜਾ ਸੌਖੇ ਢੰਗ ਨਾਲ ਕੰਪੀਟੀਸ਼ਨਾਂ 'ਚ ਕਾਮਯਾਬੀ ਮਿਲ ਜਾਂਦੀ ਹੈ। ਜੀ ਪੰਜਾਬੀ 'ਚ ਕੰਪੀਟੀਸ਼ਨ ਹੁੰਦਾ ਨਹੀਂ। ਜੀ ਇਹ ਸੋਧਾਂ ਕਰਾਉਣੀਆਂ ਪੈਣਗੀਆਂ
ਜੜ੍ਹਾਂ ਨੂੰ ਫੜਨਾ ਪੈਣਾ ਹੈ, ਜੀ ਤਾਂ ਜੀ ਪੰਜਾਬੀ ਦਾ ਵਿਕਾਸ ਹੋਊਗਾ। ਨਹੀਂ ਇਹ ਜ਼ੋਰ ਲਾ ਲਓ ਪ੍ਰੋਫੈਸਰ ਲੋਕ ਨੇਮ ਪਲੇਟਾਂ ਚਾਹੇ ਰੰਗਦਾਰ ਲਵਾ ਲਓ ਆਪਦੇ ਘਰਾਂ ਦੇ ਬਾਹਰ, ਚਾਹੇ ਬਹੁਤ ਵਧੀਆ ਲਾਈਟਾਂ ਵਾਲੇ ਬੋਰਡ ਲਵਾ ਲਓ, ਜੀ ਕੁਛ ਨਹੀਂ ਹੋਣਾ ਮਿੱਤਰੋ। ਸਹੀ ਸਮੱਸਿਆਵਾਂ ਦਾ ਹੱਲ ਹੈ ਜਿਹੜਾ ਉਹ ਸਾਨੂੰ ਲੱਭਣਾ ਪੈਣਾ। ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਜੀ, ਤੁਸੀਂ ਸਾਡੇ ਨਾਲ ਜੁੜੇ ਤੇ ਇੰਨੇ ਵਿਸਤਾਰਪੂਰਵਕ ਤਰੀਕੇ ਦੇ ਨਾਲ ਗੱਲ ਕੀਤੀ, ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਤਾਂ ਦੋਸਤੋ ਇਹ ਸਨ ਮੀਰ ਸਾਹਿਬ ਸਾਡੇ ਨਾਲ, ਜਿਨ੍ਹਾਂ ਨੇ ਪੰਜਾਬੀ ਭਾਸ਼ਾ ਦੇ ਕਾਨੂੰਨੀ ਪੱਖ ਤੋਂ ਵੀ ਗੱਲ ਕੀਤੀ, ਸਮਾਜਿਕ ਪੱਖ ਤੋਂ ਵੀ ਗੱਲ ਕੀਤੀ, ਤੇ ਇਸ ਦੇ ਨਾਲ ਹੀ ਜਿਹੜੀ ਆ ਰੁਜ਼ਗਾਰ ਦੀ ਭਾਸ਼ਾ ਨਹੀਂ ਹੈ ਪੰਜਾਬੀ, ਉਹ ਰੁਜ਼ਗਾਰ ਦੀ ਭਾਸ਼ਾ ਕਿਵੇਂ ਬਣੇ, ਇਸ ਪੱਖ ਦੇ ਬਾਰੇ ਵੀ ਜਿਹੜੀ ਹੈ ਖੁੱਲ੍ਹ ਕੇ ਚਰਚਾ ਕੀਤੀ। ਤਾਂ ਦੋਸਤੋ ਕੁੱਲ ਮਿਲਾ ਕੇ ਜੇ ਆਪਾਂ ਇਸ ਪ੍ਰੋਗਰਾਮ ਨੂੰ ਹੁਣ ਜਦੋਂ ਕਨਕਲੂਡ ਕਰਦੇ ਹਾਂ, ਇਸ ਜਗ੍ਹਾ ਸਿੱਟੇ ਤੇ ਪਹੁੰਚਦੇ ਹਾਂ ਕਿ ਜਿੰਨਾ ਚਿਰ ਸਰਕਾਰਾਂ ਗੰਭੀਰਤਾ ਨਹੀਂ ਦਿਖਾਉਂਦੀਆਂ, ਉਨਾ ਚਿਰ ਪੰਜਾਬੀ ਭਾਸ਼ਾ ਜਿਹੜੀ ਹੈ ਸਹੀ ਅਰਥਾਂ ਦੇ ਵਿੱਚ ਜਿਹੜੀ ਆ ਲਾਗੂ ਨਹੀਂ ਹੋ ਸਕਦੀ, ਚਾਹੇ ਕਿ ਇਹਦੇ ਬਾਰੇ ਜਿਹੜੀਆਂ ਉੱਚ ਅਦਾਲਤਾਂ ਨੇ ਬਾਰ-ਬਾਰ ਪੰਜਾਬ ਸਰਕਾਰ ਨੂੰ ਕਹਿ ਰਹੀਆਂ ਨੇ। ਤੇ ਦੂਸਰੇ ਪਾਸੇ ਇਹ ਜਿਹੜੇ ਉਹਨਾਂ ਬੁੱਧੀਜੀਵੀਆਂ ਦੇ ਉੱਪਰ ਵੀ ਕਿਤੇ ਨਾ ਕਿਤੇ ਜ਼ਿੰਮੇਵਾਰੀ ਬਣਦੀ ਹੈ, ਜਿਨ੍ਹਾਂ ਨੇ ਪੰਜਾਬੀ ਸੰਘਰਸ਼ ਦਾ ਜਿਹੜਾ ਢਿੰਡੋਰਾ ਪਿੱਟਿਆ ਹੋਇਆ ਵੈ, ਕਿਤੇ ਉਹ ਜਿਹੜੇ ਢਿੰਡੋਰੇ ਪਿੱਟੇ ਨੇ ਉਹ ਆਪਣੇ ਘਰ ਦੀਆਂ ਕੁਰਸੀਆਂ ਤੱਕ ਹੀ ਜਿਹੜੇ ਆ ਸੀਮਤ ਨਾ ਰਹਿ ਜਾਣ, ਤੇ ਜ਼ਰੂਰੀ ਬਣ ਜਾਂਦਾ ਵਾ ਕਿ ਪੰਜਾਬੀ ਦੇ ਲਈ ਜਿਹੜਾ ਵਾ ਸਹੀ ਅਰਥਾਂ ਦੇ ਵਿੱਚ ਕੰਮ ਕੀਤਾ ਜਾਵੇ, ਨਾ ਕਿ ਆਪਣੇ ਵਾਸਤੇ ਜਿਹੜੀਆਂ ਜਾਂ ਆਪਣੇ ਕਿਸੇ ਪਰਿਵਾਰਕ ਮੈਂਬਰ ਵਾਸਤੇ ਜਿਹੜੇ ਨੇ ਫਾਇਦੇ ਲੈ ਲਿੱਤੇ ਜਾਣ। ਤਾਂ ਇੱਥੇ ਜਿਹੜੀ ਗੱਲ ਮੀਰ ਸਾਹਿਬ ਨੇ ਅੰਤ ਦੇ ਵਿੱਚ ਕੀਤੀ, ਉਹਨੂੰ ਵੀ ਆਪਾਂ ਦੇਖ ਲੈਂਦੇ ਹਾਂ ਕਿ ਕੁੱਲ ਮਿਲਾ ਕੇ ਜਿਹੜਾ ਇਹ ਹਮਲਾ ਸਾਨੂੰ ਸਾਰਿਆਂ ਨੂੰ ਮਾਰਨਾ ਪਏਗਾ। ਸਾਨੂੰ ਸਰਕਾਰਾਂ ਦੇ ਨਾਲ ਨਾਲ ਜਿਹੜੀ ਇਹ ਸ਼ੁਰੂਆਤ ਹੈ ਖੁਦ ਤੋਂ ਕਰਨੀ ਪਵੇਗੀ। ਤਾਂ ਆਸ ਕਰਦਾ ਹਾਂ ਦੋਸਤੋ ਕਿ ਤੁਹਾਨੂੰ ਸਾਡਾ ਅੱਜ ਦਾ ਪ੍ਰੋਗਰਾਮ ਹੈ ਜਿਹੜਾ ਪਸੰਦ ਆਇਆ ਹੋਵੇਗਾ। ਅਗਲੇ ਪ੍ਰੋਗਰਾਮ ਦੇ ਵਿੱਚ ਕਿਸੇ ਨਵੇਂ ਮੁੱਦੇ, ਨਵੇਂ ਮਸਲੇ ਦੇ ਨਾਲ ਫਿਰ ਹਾਜ਼ਰ ਹੋਵਾਂਗਾ। ਉਸ ਵੇਲੇ ਤੱਕ ਮੈਨੂੰ ਦਿਓ ਇਜਾਜ਼ਤ।